ਦੀ ਅਪਾਰ ਬਖਸ਼ਿਸ਼ ਕਿਰਪਾ, ਉਸ ਸਤਿਗੁਰੂ ਜੀ ਦੀ ਰਹਿਮਤ, ਅਸੀਂ ਰੋਜ਼ ਗੁਰੂ ਦੀ ਗੱਲ ਕਰਨ ਲਈ ਜੁੜਦੇ ਹਾਂ। ਇਨਸਾਨ ਦੇ ਵੱਸ ਦੀ ਬਾਤ ਨਹੀਂ ਹੈ ਕਿ ਗੁਰੂ ਦੀਆਂ ਵਡਿਆਈਆਂ ਨੂੰ ਇਸ ਰਚਨਾ ਨਾਲ ਕਹਿ ਸਕੇ। ਇੱਕ ਛੋਟਾ ਜਿਹਾ ਯਤਨ ਹੈ, ਜੋ ਕੁਝ ਗੁਰੂ ਨੇ ਬਖਸ਼ਿਆ ਹੈ ਉਸੇ ਆਪੋ ਵਿੱਚ ਸਾਂਝ ਕਰ ਰਹੀ ਹੈ। ਕੁਝ ਸਿੱਖਣਾ, ਕੁਝ ਸਿਖਾਉਣਾ ਇਹ ਗੁਰਮਤਿ ਕਲਾਸ ਦਾ ਮਕਸਦ ਹੈ। ਸਿੱਧ ਗੋਸ਼ਟ ਦੀਆਂ 57 ਪੌੜੀਆਂ ਦੀ ਵਿਚਾਰ ਅਸੀਂ ਪਿਛਲੀਆਂ ਸ਼ਬਦ ਵਿਚਾਰਾਂ ਰਾਹੀਂ ਕਰ ਚੁੱਕੇ ਹਾਂ। ਕੱਲ ਜੋ ਵਿਚਾਰ ਕੀਤੀ ਸੀ, ਗੁਰੂ ਬਾਬਾ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਪੌੜੀ ਦੇ ਵਿੱਚ ਸਿੱਧਾ ਨੇ ਜੋ ਸਵਾਲ 55 ਨੰਬਰ ਪੌੜੀ ਦੇ ਵਿੱਚ ਪੁੱਛੇ ਸਨ, ਔਰ 56 ਨੰਬਰ ਪੌੜੀ ਵਿੱਚ ਕੁਝ ਜਵਾਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਉੱਤਰ ਦਿੱਤੇ ਸਨ। ਤੇ ਅੱਜ ਕੱਲ ਦੀ 57 ਨੰਬਰ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਉਸ ਕਬੁੱਧ ਨੂੰ ਮਿਟਾਉਣ ਦੇ ਹੋਰ ਸਾਧਨਾਂ ਦਾ ਜ਼ਿਕਰ ਕੀਤਾ, ਔਰ ਉਸੇ ਗੱਲ ਦੀ ਵਿਆਖਿਆ ਕੀਤੀ ਸੀ ਕਿ ਜਿਸ ਮਨੁੱਖ ਦੇ ਕੋਲ ਨਾਮ ਰੂਪੀ ਸੌਦਾ ਹੈ, ਨਾਮ ਰੂਪੀ ਧਨ ਹੈ, ਜਿਸ ਨੇ ਨਾਮ ਰੂਪੀ ਧਨ ਖੱਟਿਆ ਹੈ, ਹਰ ਧਨ ਸੰਚਿਆ ਹੈ, ਇਕੱਠਾ ਕੀਤਾ ਹੈ, ਆਪਣੀ ਜ਼ਿੰਦਗੀ ਦਾ ਤੋਸਾ ਬਣਾਇਆ ਹੈ, ਰਹਿਰਾਸ ਬਣਾਇਆ ਹੈ, ਉਹ ਮਨੁੱਖ ਸੰਸਾਰ ਦੇ ਉੱਤਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਇਕੱਲਾ ਆਪ ਹੀ ਪਾਰ ਨਹੀਂ ਹੁੰਦਾ, ਜਿਹੜਾ ਵੀ ਉਸਦੀ ਸੰਗਤ ਵਿੱਚ ਹੈ, ਭਾਵ ਉਸਦਾ ਸਾਥੀ ਹੈ, ਉਹ ਆਪ ਅਸਲੀਅਤ ਨੂੰ ਸਮਝਦਾ ਹੈ, ਉਹਨਾਂ ਨੂੰ ਵੀ ਫਿਰ ਇਸ ਅਸਲੀਅਤ ਨੂੰ ਸਮਝਾਉਂਦਾ ਹੈ, ਤੇ ਉਹ ਸਹਿਜ ਵਿੱਚ ਟਿਕ ਕੇ, ਆਤਮਿਕ ਅਡੋਲਤਾ ਵਿੱਚ ਟਿਕ ਕੇ, ਸੱਚੇ ਪ੍ਰਭੂ ਦੇ ਹੁਕਮ ਵਿੱਚ ਰਹਿ ਕੇ, ਉਹ ਸੱਚੇ ਦੀ ਰਜ਼ਾ ਵਿੱਚ ਰਹਿ ਕੇ, ਉਹ ਪਰਮੇਸ਼ਰ ਦੇ ਦਰ ਤੇ ਆਪ ਆਦਰ ਪਾਉਂਦਾ ਹੈ ਅਤੇ ਦੂਸਰਿਆਂ ਨੂੰ ਵੀ ਇਹ ਰਸਤੇ ਦਾ ਮਾਰਗਦਰਸ਼ਨ ਕਰਦਾ ਹੈ। ਔਰ ਇਹੋ ਜਿਹੇ ਵਿਅਕਤੀ ਦਾ ਕੋਈ ਵੀ ਮੁੱਲ ਨਹੀਂ ਪਾਇਆ ਜਾ ਸਕਦਾ, ਭਾਵ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ। ਜੇ ਪਰਮੇਸ਼ਰ ਦੀ ਕੀਮਤ ਨਹੀਂ ਕਹੀ ਜਾ ਸਕਦੀ ਤਾਂ ਫਿਰ ਉਸ ਦੇ ਨਾਲ ਰੰਗੇ ਹੋਇਆਂ ਦੀ ਕੀਮਤ ਵੀ ਨਹੀਂ ਕਹੀ ਜਾ ਸਕਦੀ, ਕਿਉਂਕਿ ਪਰਮੇਸ਼ਰ ਤੇ ਉਹਦੇ ਸੇਵਕ ਅੰਦਰ ਕੋਈ ਅੰਤਰ ਨਹੀਂ ਹੈ। ਸਤਿਗੁਰੂ ਜੀ ਨੇ ਫਿਰ ਜਾ ਕੇ ਕਿਹਾ ਵੀ ਪ੍ਰਭੂ ਦੇ ਹੁਕਮ ਵਿੱਚ ਰਹਿ ਕੇ ਅਗਰ ਜ਼ਿੰਦਗੀ ਬਤੀਤ ਕੀਤੀ ਜਾਵੇ, ਹੁਕਮੀ ਬੰਦਾ ਬਣ ਕੇ ਜੀਵਨ ਦੀ ਇਸ ਸੰਸਾਰ ਰੂਪੀ ਜੀਵਨ ਦੇ ਵਿੱਚੋਂ ਤੁਰਿਆ ਜਾਵੇ, ਤਾਂ ਫਿਰ ਇਸ ਭਵਜਲ ਤੋਂ, ਦੁੱਤਰ ਸਾਗਰ ਤੋਂ ਸਹਿਜੇ ਹੀ ਪਾਰ ਲੰਘ ਜਾਈਦਾ ਹੈ, ਸਹਿਜੇ ਹੀ ਪਾਰ ਹੋ ਜਾਈਦਾ ਹੈ। ਜਦੋਂ ਇਨਸਾਨ ਪਰਮੇਸ਼ਰ ਦਾ ਹੁਕਮ ਵਿੱਚ ਮੰਨਣ ਦੀ ਜਾਂਚ ਆ ਜਾਏ, ਹੁਕਮ ਰਜਾਈ ਚੱਲਣ ਦੀ ਜਾਂਚ ਆ ਜਾਂਦੀ ਹੈ, ਤਾਂ ਫਿਰ ਉਹਨੂੰ ਸਾਰਿਆਂ ਵਿੱਚ ਪਰਮੇਸ਼ਰ ਵਸਦਾ ਹੀ ਨਜ਼ਰ ਆਉਂਦਾ ਹੈ। ਮਨ ਮੈਦਾਨ ਹੋ ਜਾਂਦਾ ਹੈ, ਟੋਏ ਟਿੱਬੇ ਖਤਮ ਹੋ ਜਾਂਦੇ ਹਨ। ਊਚ ਨੀਚ ਦੀਆਂ ਭਾਵਨਾਵਾਂ, ਉਹ ਭਾਵੇਂ ਜਾਤ ਪਾਤ ਦੀਆਂ ਹਨ ਤੇ ਭਾਵੇਂ ਉਹ ਦੂਜੀਆਂ ਹਨ, ਉਹ ਭਾਵੇਂ ਟੋਏ ਟਿੱਬੇ ਦੌਲਤ ਦੇ ਹਨ, ਵਿਦਵਤਾ ਦੇ ਹਨ, ਗਿਆਨ ਦੇ ਹਨ, ਜਿਹੜੇ ਵੀ ਹਨ, ਆਪਣੇ ਤੋਂ ਨੀਵਾਂ ਸਮਝਣਾ ਤੇ ਆਪਣੇ ਆਪ ਨੂੰ ਉੱਚਾ ਸਮਝਣਾ, ਇਹ ਸੁਭਾਅ ਮੁੱਕ ਜਾਂਦਾ ਹੈ, ਕਿਉਂਕਿ ਉਸ ਨੂੰ ਲੱਗਦਾ ਕਿ ਸਾਰੇ ਹੀ ਉਸ ਪਰਮੇਸ਼ਰ ਦੇ ਬਣਾਏ ਹੋਏ ਹਨ। ਇਹ ਸਮਝ ਆ ਜਾਂਦੀ ਹੈ, ਏਕ ਪਿਤਾ ਏਕ ਇਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਇੱਕ ਪਿਤਾ ਦੀ ਔਲਾਦ ਹਾਂ, ਇਸ ਵਾਸਤੇ ਉਹਦੇ ਜੇ ਸੋਚਣ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਹੈ। ਕੱਲ ਆਪਾਂ ਇੰਨੀਆਂ ਕੁ ਵਿਚਾਰਾਂ ਕੱਲ ਦੀ ਕਥਾ ਵਿਚਾਰਾਂ ਕੀਤੀਆਂ ਸੀ। ਅੱਜ ਪੌੜੀ ਨੰਬਰ 58 ਤੇ ਗੱਲ ਸ਼ੁਰੂ ਹੋਵੇਗੀ। ਇਸ ਪੌੜੀ ਦੇ ਵਿੱਚ ਜੋ ਸਿੱਧਾ ਨੇ ਵਿਚਾਰ ਦਿੱਤਾ, ਜੋ ਗੁਰੂ ਸਾਹਿਬ ਜੀ ਨੇ ਵਿਚਾਰ ਦਿੱਤਾ, ਉਹ ਅੱਜ ਆਪ ਜੀ ਦੇ ਨਾਲ ਆਪਾਂ ਰਲ ਮਿਲ ਕੇ ਕਰਾਂਗੇ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਸੋ ਸ਼ਬਦ ਕਾ ਕਹਾਂ ਵਾਸ ਕਥੀਅਲੇ, ਜਿਤ ਤਰੀਐ ਭਵਜਲ ਸੰਸਾਰੋ, ਤ੍ਰੈ ਸਤ ਉਂਗਲ ਵਾਈ ਕਈਐ, ਤਿਸ ਕਹੋ ਕਵਨ ਆਧਾਰੋ।
सो शब्द का कहाँ वास कथियलै, जित तरिय भवजल संसारो, त्रै सत उंगल वाई कहिए, तिस कहो कवन आधारो, बोलै खेलै अस्थिर होवै, क्यों कर अलख लखाए, सुन स्वामी सच नानक परनवै, अपने मन समझाए, गुरमुख शब्दे सच लिव लागै, कर नदरी मेल मिलाए, आपे दाना आपे बीना, पूरे भाग समाए, आपे दाना आपे बीना, पूरे भाग समाए। ਚਰਨਜੀਤ ਸਿੰਘ ਜੀ ਜ਼ਰਾ ਦੇਖੋ ਔਨ ਹੈਗੇ ਮਾਈਕ ਕਿਸੇ ਦੇ, ਜ਼ਰਾ ਖਿਆਲ ਕਰੋ ਪਲੀਜ਼। ਸਿੱਧ ਗੋਸ਼ਟ ਦੀ ਪਾਵਨ ਬਾਣੀ ਵਿੱਚ ਆਪਾਂ ਦੇਖਦੇ ਹਾਂ ਕਿ ਸਿੱਧਾਂ ਨਾਲ ਗੁਰੂ ਨਾਨਕ ਦੇਵ ਮਹਾਰਾਜ ਦੀ ਚੱਲ ਰਹੀ ਵਿਚਾਰ ਚਰਚਾ ਨੂੰ ਸਿੱਧਾਂ ਨੇ ਅੱਗੇ ਵਧਾਉਂਦਿਆਂ ਹੋਇਆਂ ਇਸ ਪੌੜੀ ਵਿੱਚ ਕੁਝ ਨਵੇਂ ਸਵਾਲ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਰੱਖੇ ਹਨ ਔਰ ਉਹਨਾਂ ਦਾ ਜਵਾਬ ਗੁਰੂ ਸਾਹਿਬ ਜੀ ਤੋਂ ਮੰਗਿਆ ਹੈ। ਗੁਰੂ ਪਾਤਸ਼ਾਹ ਜੀ ਤੋਂ ਉਹਨਾਂ ਦਾ ਜਵਾਬ ਮੰਗਿਆ ਹੈ। ਸਿੱਧ ਗੋਸ਼ਟ ਦੀ ਅਸੀਂ ਜਿਸ ਸਮੁੱਚੀ ਪਿਛਲੀ ਝਾਤ ਮਾਰਦੇ ਹਾਂ, ਪੌੜੀ ਨੰਬਰ 4 ਤੇ 5 ਵਿੱਚ ਚਰਪਟ ਨੇ ਕਿਹਾ ਸੀ ਕਿ ਸੰਸਾਰ ਇੱਕ ਐਸਾ ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਔਖਾ ਹੈ। ਕਿ ਤੁਹਾਡੇ ਮਤ ਅਨੁਸਾਰ, ਤੁਹਾਡੀ ਸੋਚ ਅਨੁਸਾਰ, ਤੁਹਾਡੀ ਸੇਧ ਅਨੁਸਾਰ ਉਹਦੇ ਤੋਂ ਪਾਰ ਕਿਵੇਂ ਲੰਘੀਦਾ ਹੈ? ਇਸ ਸੰਸਾਰ ਔਖੇ ਸਾਗਰ ਨੂੰ, ਦੁੱਤਰ ਸਾਗਰ ਨੂੰ ਕਿਵੇਂ ਤਰੀਦਾ ਹੈ? ਉਸ ਦਾ ਉੱਤਰ ਦਿੰਦਿਆਂ ਹੋਇਆ ਗੁਰੂ ਸਾਹਿਬ ਜੀ ਨੇ ਸ਼ਬਦ ਦਾ ਜ਼ਿਕਰ ਕਰਦਿਆਂ ਇੱਕ ਗੱਲ ਕਹੀ ਸੀ ਕਿ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਇੱਕ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਕੇ ਮੁਰਗਾਬੀ ਵਾਂਗੂ ਆਪਣੇ ਖੰਭਾਂ ਨੂੰ ਭਿੱਜਣ ਨਾ ਦੇਵੇ, ਕਵਲ ਫੁੱਲ ਵਾਂਗੂ ਆਪਣੇ ਆਪ ਨੂੰ ਚਿੱਕੜ ਤੋਂ ਨਿਰਲੇਪ ਰੱਖੇ, ਤਾਂ ਫਿਰ ਉਹ ਸੰਸਾਰ ਭਵਜਲ ਤੋਂ ਪਾਰ ਹੋ ਜਾਂਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਹਿ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੈ। ਇਹ ਗੁਰੂ ਮਹਾਰਾਜ ਨੇ ਜਵਾਬ ਦਿੱਤਾ ਸੀ। ਦੁਨੀਆ ਸਾਗਰ ਦੁੱਤਰ ਤਰੀਏ ਤੋਂ ਪਾਰ ਹੋਣ ਦਾ ਸਾਧਨ ਕੇਵਲ ਗੁਰੂ ਦੇ ਸ਼ਬਦ ਨੂੰ ਕਿਹਾ। ਉਹਦਾ ਸਾਧਨ ਕੇਵਲ ਗੁਰੂ ਦਾ ਸ਼ਬਦ ਹੈ। ਹੋਰ ਕਿਸੇ ਤਰ੍ਹਾਂ ਦਾ ਕੋਈ ਭੇਖ, ਕੋਈ ਪਹਿਰਾਵਾ ਜਾਂ ਕੋਈ ਹੋਰ ਸਾਧਨ ਸੰਸਾਰ ਭਵਜਲ ਤੋਂ ਪਾਰ ਕਰ ਨਹੀਂ ਸਕਦਾ। ਇਸੇ ਤਰ੍ਹਾਂ ਹੀ ਪੌੜੀ ਨੰਬਰ 21, 22, 23 ਵਿੱਚ ਜਦੋਂ ਸਿੱਧਾਂ ਨੇ ਗੁਰੂ ਜੀ ਤੋਂ ਸ੍ਰਿਸ਼ਟੀ ਦੀ ਉਤਪਤੀ ਬਾਰੇ ਸਵਾਲ ਕੀਤੇ ਵੀ ਇਸ ਬਾਰੇ ਤੁਹਾਡਾ ਕੀ ਮਤ ਹੈ, ਸ੍ਰਿਸ਼ਟੀ ਦੀ ਉਤਪਤੀ ਕਿਵੇਂ ਹੋਈ, ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਚਲਾ ਜਾਂਦਾ, ਗਿਆਨ ਦੀ ਪ੍ਰਾਪਤੀ ਦਾ ਸਾਧਨ ਕੀ ਹੈ, ਤਾਂ ਉਹ ਗੁਰੂ ਸਾਹਿਬ ਜੀ ਨੇ ਉਹਦਾ ਉੱਤਰ ਵੀ ਬੜਾ ਕਮਾਲ ਦਾ ਦਿੱਤਾ। ਉਹਨਾਂ ਨੇ ਉਤਪਤੀ ਦੀ ਗੱਲ ਕੀਤੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਆਰੰਭਤਾ ਦੀ ਗੱਲ ਕੀਤੀ। ਸਤਿਗੁਰੂ ਦਾ ਉੱਤਰ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ।
ਵੀ ਇੱਥੇ ਉਤਪਤੀ ਨਹੀਂ, ਇੱਥੇ ਆਰੰਭਤਾ ਹੈ। ਉਤਪਤੀ ਤਾਂ ਉਹਦੇ ਬੋਲਾਂ ਤੋਂ ਹੋਈ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਮਝਾ ਦਿੱਤੀ ਵੀ ਜਗਤ ਦੀ ਆਰੰਭਤਾ ਵੀ ਉਸ ਮਾਲਕ ਦੇ ਬੋਲ ਤੋਂ, ਭਾਵ ਤੋਂ, ਸ਼ਬਦ ਤੋਂ ਹੀ ਹੋਈ ਹੈ। ਕੀਤਾ ਵਸਾਓ ਏਕੋ ਕਵਾਓ ਆਪਾਂ ਜਪ ਦੀ ਬਾਣੀ ਵਿੱਚ ਬੜੀ ਵਾਰੀ ਰੋਜ਼ ਪੜ੍ਹਦੇ ਹਾਂ ਵੀ ਉਹਨੇ ਸਭ ਕੁਝ ਰਚ ਦਿੱਤਾ। ਰਚਿਆ ਵੀ ਕਮਾਲ ਦਾ, ਇੱਕ ਹੁਕਮ ਨਾਲ ਹੀ ਉਹਦੀ ਕਾਇਨਾਤ, ਉਹਨੇ ਇਹ ਸੂਰਜ, ਇਹ ਚੰਦਰਮਾ, ਇਹ ਤਾਰੇ, ਇਹ ਧਰਤੀਆਂ, ਹੋਰ ਤੋਂ ਹੋਰ ਪਰੇ ਤੋਂ ਪਰੇ, ਇਹ ਬਨਸਪਤੀ, ਇਹ ਜੀਵ, ਇਹ ਜੰਤੂ, ਇਹ ਇਨਸਾਨ, ਉਹਦੀ ਕਮਾਲ ਦੀ ਗੱਲ ਹੈ। ਰਚਣ ਵਾਲਾ ਵੀ ਬੇਅੰਤ ਹੈ, ਉਹਦੀ ਰਚੀ ਹੋਈ ਰਚਨਾ ਵੀ ਬੇਅੰਤ ਹੈ। ਦੇਖੋ ਕਮਾਲ ਸਤਿਗੁਰੂ ਜੀ ਦੀ ਇਸ ਬਾਣੀ ਦਾ, ਉਸ ਦੀ ਕੁਦਰਤ ਨੂੰ ਬਿਆਨ ਕਰਦਿਆਂ ਵੀ ਗੁਰੂ ਪਾਤਸ਼ਾਹ ਜੀ ਨੇ ਉੱਥੇ ਵਾਹ ਵਾਹ ਲਫ਼ਜ਼ੀ ਵਰਤੇ ਹਨ। ਅਚਰਜ ਤੇਰੀ ਕੁਦਰਤ ਦੀ ਗੱਲ ਕੀਤੀ ਹੈ। ਜੇ ਕਰਤਾਰ ਅਚਰਜ ਹੈ ਤੇ ਕੁਦਰਤ ਵੀ ਉਹਦੀ ਅਚਰਜ ਹੈ। ਅਸੀਂ ਤਾਂ ਕੁਦਰਤ ਦੇ ਅੰਤ ਤੱਕ ਨਹੀਂ ਪਹੁੰਚ ਸਕਦੇ। ਕਾਦਰ ਦੇ ਅੰਤ ਤੱਕ ਪਹੁੰਚਣਾ ਤਾਂ ਬਹੁਤ ਔਖੀ ਬਾਤ ਹੈ। ਕੁਦਰਤ ਦਾ ਪਸਾਰਾ ਦੇਖ ਕੇ ਮਨੁੱਖ ਹੈਰਾਨ ਹੋ ਜਾਂਦਾ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਵਾਬ ਦਿੱਤਾ ਸੀ ਵੀ ਇਸ ਸੰਸਾਰ ਦੀ ਆਰੰਭਤਾ ਸ਼ਬਦ ਤੋਂ ਹੈ, ਬੋਲਾਂ ਤੋਂ ਹੈ। ਗਿਆਨ ਪ੍ਰਾਪਤੀ ਦਾ ਸਾਧਨ ਸ਼ਬਦ ਰਾਹੀਂ ਅਦ੍ਰਿਸ਼ਟ ਪ੍ਰਭੂ ਵਿੱਚ ਲੀਨ ਹੋਣਾ ਹੈ। ਅਦ੍ਰਿਸ਼ਟ ਪ੍ਰਭੂ ਵਿੱਚ ਲੀਨ ਹੋਣਾ ਇਹ ਜੀਵਨ ਦਾ ਮਨੋਰਥ ਹੈ। ਜਦੋਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਵੀ ਸਾਰਾ ਜਗਤ ਦਾ ਪਸਾਰਾ ਉਸ ਪਰਮੇਸ਼ਰ ਨੇ ਆਪ ਕੀਤਾ ਹੈ, ਆਪ ਰਚਿਆ ਹੈ, ਆਪ ਬਣਾਇਆ ਹੈ। ਕਹਿੰਦੇ ਸਿੱਧੋ ਅਸਲ ਵਿੱਚ ਉਹ ਜੋਗੀ ਹੈ। ਜੋਗ ਕੱਪੜਿਆਂ ਨਾਲ ਨਹੀਂ ਹੁੰਦਾ, ਜੋਗ ਮੁੰਦਰਾ ਪਾਉਣ ਨਾਲ ਨਹੀਂ ਹੁੰਦਾ, ਜੋਗ ਕਿਸੇ ਭੇਖ ਨਾਲ ਨਹੀਂ ਹੁੰਦਾ। ਉਹ ਜੋਗੀ ਹੈ ਜਿਹਨੇ ਇਹ ਸਮਝ ਲਿਆ, ਪਰਮੇਸ਼ਰ ਦੇ ਹੁਕਮ ਨੂੰ ਸਮਝਿਆ ਹੈ, ਜਾਣਿਆ ਹੈ। ਜੋ ਕਿਸੇ ਭੇਖ ਦਾ ਨਾਮ ਨਹੀਂ, ਸਗੋਂ ਮਿਲਾਪ ਦਾ ਨਾਮ ਹੈ। ਕਿਸੇ ਪਹਿਰਾਵੇ ਦਾ ਨਾਮ ਨਹੀਂ, ਮਿਲਾਪ ਦਾ ਨਾਮ ਹੈ। ਫਿਰ ਸਿੱਧਾ ਨੇ ਕਿਹਾ ਕਿ ਮਨੁੱਖ ਕਿਹਦੀ ਸਿੱਖਿਆ ਤੇ ਤੁਰੇ। ਦੇਖੋ ਸਵਾਲਾਂ ਤੇ ਸਵਾਲ ਕਿਹੋ ਜਿਹੇ ਹਨ ਵੀ ਉਹ ਦੁੱਤਰ ਸਾਗਰ ਦੀਆਂ ਇਹਨਾਂ ਲਹਿਰਾਂ ਵਿੱਚੋਂ ਬਚ ਕੇ ਨਿਕਲ ਜਾਵੇ। ਦੁਨੀਆ ਦੇ ਵਿੱਚ ਅਣਿੱਧਾ ਹੋਇਆ ਦੁਨੀਆ ਦੇ ਮੋਹ ਤੋਂ ਨਿਰੇਪ ਕਿਵੇਂ ਰਵੇ। ਤਾਂ ਗੁਰੂ ਜੀ ਨੇ ਉਹਦਾ ਉੱਤਰ ਇਹ ਦਿੱਤਾ ਸੀ ਕਿ ਮਨੁੱਖ ਵਾਹਿਗੁਰੂ ਦੇ ਸ਼ਬਦ ਵਿੱਚ ਸੁਰਤ ਜੋੜੀ ਰੱਖੇ, ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਦਾ ਰਹੇ, ਮਾਇਆ ਦੇ ਮੋਹ ਤੋਂ ਬਚ ਜਾਂਦਾ ਹੈ। ਜੇ ਸ਼ਬਦ ਨਾਲ ਜੁੜ ਜਾਏ ਤੇ ਪਰਮਾਤਮਾ ਦੇ ਗੁਣਾਂ ਨੂੰ, ਉਹਦੀਆਂ ਵਡਿਆਈਆਂ ਵਿਚਾਰ ਕਰਦਾ ਰਹੇ, ਵਡਿਆਈ ਵਿਚਾਰ ਵਿੱਚ ਜੁੜਿਆ ਰਹੇ, ਤਾਂ ਇਹ ਮਨੁੱਖ ਫਿਰ ਦੁੱਤਰ ਸਾਗਰ ਤੋਂ ਤਰ ਜਾਂਦਾ ਤੇ ਇਸ ਮਾਇਆ ਦੇ ਮੋਹ ਦੇ ਹੱਲਿਆਂ ਤੋਂ ਇਸ ਸੁਚੇਤ ਹੋ ਜਾਂਦਾ, ਬਚ ਜਾਂਦਾ ਹੈ। ਗੁਰੂ ਸ਼ਬਦ ਦੀ ਬਰਕਤ ਨਾਲ ਅੰਦਰੋਂ ਹਉਮੈ ਚਲੀ ਜਾਂਦੀ ਹੈ। ਮਨ ਨੀਵਾਂ ਮਤ ਉੱਚੀ ਦੀ ਅਵਸਥਾ ਜਿਹੜੀ ਹੈ ਉਹ ਬਣਦੀ ਹੈ। ਔਰ ਸ਼ਬਦ ਦੀ ਬਰਕਤ ਨਾਲ ਹੀ ਪਰਮਾਤਮਾ ਦਾ ਅਦਬ ਹਿਰਦੇ ਵਿੱਚ ਟਿਕ ਜਾਂਦਾ ਹੈ। ਫਿਰ ਪਰਮੇਸ਼ਰ ਦੀ ਹੋਂਦ ਤੇ ਬੰਦਾ ਕਿੰਤੂ ਪਰੰਤੂ ਨਹੀਂ ਕਰਦਾ। ਫਿਰ ਉਹਦੇ ਸਿਧਾਂਤਾਂ ਦੇ ਵੀ ਕਿੰਤੂ ਪਰੰਤੂ ਨਹੀਂ ਕਰਦਾ। ਸਿਧਾਂਤਾਂ ਦੇ ਕਿੰਤੂ ਪਰੰਤੂ ਵੀ ਉਦੋਂ ਤੱਕ ਹੈ ਜਦੋਂ ਤੱਕ ਸ਼ਬਦ ਸਮਝ ਨਹੀਂ ਆਇਆ, ਸ਼ਬਦ ਹਿਰਦੇ ਵਿੱਚ ਟਿਕਿਆ ਨਹੀਂ। ਇਹ ਉਦੋਂ ਤੱਕ ਮਨੁੱਖ ਦੀ ਇਹ ਅਵਸਥਾ ਹੁੰਦੀ ਹੈ ਚੁੰਝ ਗਿਆਨ ਦੀ, ਜਦ ਤੱਕ ਸ਼ਬਦ ਦਾ ਸਵਾਦ ਨਹੀਂ ਆਇਆ, ਸ਼ਬਦ ਦਾ ਆਨੰਦ ਨਹੀਂ ਆਇਆ। ਜਦੋਂ ਸ਼ਬਦ ਹਿਰਦੇ ਵਿੱਚ ਟਿਕ ਜਾਂਦਾ ਤੇ ਫਿਰ ਮਹਾਰਾਜ ਨੇ ਦੱਸਿਆ ਤਨ ਮਨ ਸਾਰਾ ਠੰਡਾ ਹੋ ਜਾਂਦਾ ਹੈ। ਮਨੁੱਖ ਆਨੰਦ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਔਰ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਗੱਲ ਸਮਝਾਈ ਸੀ ਕਿ ਸੰਸਾਰ ਵਿੱਚ ਜਿਹੜਾ ਪਸਾਰਾ ਹੈ ਇਹ ਕਰਤਾਰ ਦਾ, ਨਿਰੰਕਾਰ ਦਾ ਹੀ ਬਣਾਇਆ ਹੋਇਆ ਹੈ। ਜਿਵੇਂ ਜਿਵੇਂ ਸੀਤਲ ਦੀ ਸ਼ਬਦ ਦੀ ਸੀਤਲਤਾ ਹੁੰਦੀ ਹੈ, ਅੰਦਰ ਠੰਡ ਪੈਂਦੀ ਜਾਂਦੀ ਹੈ, ਅੰਦਰ ਹੰਕਾਰ ਤੇ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹ ਬੁਝਦੀ ਜਾਂਦੀ ਹੈ। ਗੁਰੂ ਦਾ ਸ਼ਬਦ ਵਿਚਾਰਨ ਨਾਲ ਭੈੜੀ ਮਤ ਦੂਰ ਹੋ ਜਾਂਦੀ ਹੈ। ਅਜਿਹਾ ਮਨੁੱਖ ਵਿਕਾਰਾਂ ਵਿੱਚ ਪੈਣ ਦੀ ਥਾਂ ਤੇ ਬਸ ਨਾਮ ਧਨ ਖੱਟ ਕੇ ਦੁੱਤਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ। ਹੋਰਨਾਂ ਨੂੰ ਵੀ ਇਸ ਰਸਤੇ ਦੀ ਸੇਧ ਦਿੰਦਾ। ਇਹ ਗੱਲ ਗੁਰੂ ਪਾਤਸ਼ਾਹ ਨੇ ਕੱਲ ਦੀ
ਸਾਡੀ ਪੌੜੀ ਜਿਹੜੀ ਸੀ ਉਹਦੇ ਵਿੱਚ ਸਮਝਾਇਆ ਸੀ। ਹੁਣ ਅੱਜ ਸਿੱਧਾ ਨੇ ਪੌੜੀ ਨੰਬਰ 58 ਵਿੱਚ ਉਸੇ ਸ਼ਬਦ ਦੇ ਉੱਤੇ ਸਵਾਲ ਕੀਤੇ ਹਨ। ਇਨ ਸ਼ਬਦ ਬਾਰੇ ਇੰਨੀ ਗੱਲ ਕਰਨ ਦਾ ਸਿਰਫ ਮਕਸਦ ਇੰਨਾ ਹੈ ਕਿ ਸਿੱਧੇ ਹੋਏ ਸਵਾਲ ਕਿਉਂ ਕਰ ਰਹੇ ਹਨ। ਇਸ ਵਾਸਤੇ ਕਿ ਗੁਰੂ ਨਾਨਕ ਬਾਰ-ਬਾਰ ਸਰੀਰ ਦਾ ਜ਼ਿਕਰ ਨਹੀਂ ਕਰਦੇ। ਗੁਰੂ ਨਾਨਕ ਸ਼ਬਦ ਦਾ ਜ਼ਿਕਰ ਕਰਦੇ ਨੇ। ਹਰ ਸਮੱਸਿਆ ਦਾ ਹੱਲ ਗੁਰੂ ਨਾਨਕ ਸ਼ਬਦ ਨੂੰ ਦੱਸਦੇ ਹਨ। ਔਰ ਸਿੱਧ ਬੜੇ ਹੈਰਾਨ ਨੇ, ਸਿੱਧ ਬੜੇ ਇਸ ਗੱਲ ਤੇ ਹੈਰਾਨ ਨੇ ਵੀ ਗੁਰੂ ਨਾਨਕ ਹਰ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਸ਼ਬਦ ਨੂੰ ਦੱਸ ਰਹੇ ਨੇ। ਹੁਣ ਉਹਨਾਂ ਸ਼ਬਦ ਬਾਰੇ ਸਵਾਲ ਕੀਤਾ। ਪਹਿਲਾ ਸਵਾਲ ਜਿਹੜਾ ਹੈ ਅੱਜ ਦੀ 58 ਨੰਬਰ ਪੌੜੀ ਦੇ ਵਿੱਚ ਪਹਿਲੇ ਕੁਝ ਅੰਕ ਸਵਾਲ ਦੇ ਹਨ ਤੇ ਆਖਰੀ 2 ਅੰਕ ਜਿਹੜੇ 2 ਲਾਈਨਾਂ ਹਨ ਉਹ ਜਵਾਬ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। तो पहलियां 4 पंक्तियां दे विच सिद्धा वालों कीते हुए जिहड़े हन वो सवाल हन ते संखेप जिहा जवाब गुरु महाराज ने उन्हां 2 पंक्तियां दिता और विस्तारपूर्वक जवाब पौड़ी नंबर 59 ते 60 दे विच इन्हां सवालों के उत्तर गुरु पातशाह ने अगे दिते हैं। तो अज सिर्फ उन्हां दे जो इशारे मात्र सवाल हैं ते गुरु नानक दे जिहड़े छोटे संखेप जवाब हैं उन्हां दे आपां विचार करनी है। तो गुरु नानक साहब जी के अगे सिद्धा ने सवाल किया, सो शब्द का कहाँ वास कथियले जित तरिया भवजल संसारो त्रै सत अंगल वाई कई है तिस कहो कवन आधारो। सो थोड़े इत्थे गल जुड़दी भी सो उस शब्द जो आप विचार की है थोड़ा जिहा समा ला के सिर्फ ये सो शब्द नूं अर्थ समझण लई कीती है। सो शब्द मतलब वो शब्द जिहदी गल्लां तुसीं करदे आ रहे हो जिहड़ा हुण तक साडे नाल गल करदे आ जिहनूं शब्द गुरु कहंदे हो जिन्हों कहते शब्द दियां बरकतां हन शब्द नाल आ कुछ हो जाता। तो हुण सिद्धा ने अगे सवाल करता जोगियां ने सवाल करता भी उस शब्द का कहां दा अर्थ कित्थे वास का अर्थ है वासा कथियल कित्थे कहिए दसो भी उस शब्द का वासा कित्थे क्या जावे किहड़े शब्द का कहते जिहदे बारे तुसीं आखदे आए हो जित जिस शब्द नाल तरीए का अर्थ है पार हो जाता है ते संसार भवजल संसार का अर्थ है संसार भवजल तो हुण पहला सवाल उन्हें रखिया भी शब्द का वासा कित्थे है जिस नाल तुसीं आखदे हो कि संसार भवजल तो पार हो जाता है। ये सवाल सिद्धा ने गुरु नानक देव महाराज के अगे पहला सवाल रखिया। अगला सवाल रखिया त्रै सत त्रै का अर्थ है 3। पुराने बजुर्गों को आप जो पाकिस्तान तो आए सी गिनती करते सन तो वो 3 नूं त्रै करके ही बोलते सन। तो 7 का अर्थ है 7 गिनती के 7 जिहड़े हैं। उंगल का अर्थ है उंगलां वाई का अर्थ है हवा। अजे भी ये बोली किसी कई जगह तो बोली जाती है। अज वाह किहड़े पासों चल रही है वाह अज पूरे की चल रही है कि वाह अज लहिंदे की चल रही है वाह पहाड़ वाले पासों आ रही है कि ये वाह जिहड़ी है ये दक्षिण वाले पासे तो आ रही है। आम लफ्ज़ से वरत्या जाता वाह वाह का अर्थ की है हवा। तो जोगियां का एक मत यह है भी जिहड़ा असीं साह लैंदे आ साडा साह जदों असीं लैंदे आ ते इस 10 उंगलां तक ही सिर्फ वह दी हवा जाती है। जोगी का यह मत है जोगियां का सिद्धांत है। जोगी ये गल करते हैं भी जिहड़ा असीं साह लै रहे हैं वो 10 उंगलां तक सिर्फ जाता है। उस तो बाद फिर असीं साह दोबारा अंदर नूं खिच लैंदे आ पर साडी दौड़ उन्हां साह दी इन्नी की है। जोगियां दा यह मत कहंदा है।
ਇਹ 10 ਹਨ, ਉਹਨਾਂ ਦੀਆਂ 10 ਉਂਗਲਾਂ ਉਹਨਾਂ ਮਿੱਥੀਆਂ ਹੋਈਆਂ ਨੂੰ 10 ਉਂਗਲਾਂ ਪ੍ਰਮਾਣ ਕਹਿੰਦੇ ਨੇ। ਆਪਾਂ ਸਿਰਫ ਇਹਦਾ ਅੰਦਰਲਾ ਗੱਲ ਇਹ ਸਮਝ ਲਈਏ ਵੀ ਜੋਗੀਆਂ ਦਾ ਸਵਾਲ ਕੀ ਹੈ। ਜੋਗੀਆਂ ਦਾ ਇਹ ਸਵਾਲ ਹੈ ਕਿ ਪ੍ਰਾਣ ਜਿਹੜੇ ਸਵਾਸ ਹੈ ਜਿਹਨੂੰ 10 ਉਂਗਲਾਂ ਤੱਕ ਹੀ ਜਾਂਦੇ ਨੇ, ਹੁਣ ਉਹ 10 ਉਂਗਲਾਂ ਤੱਕ ਬਾਹਰ ਤਾਂ ਨਿਕਲਦੇ ਆ। ਹੁਣ ਇਹ ਦੱਸੋ ਵੀ ਉਹ ਜਿਹੜੇ ਪ੍ਰਾਣ ਕਿਹਦੇ ਆਸਰੇ ਤੇ ਟਿਕੇ ਹੋਏ ਆ? ਉਹ ਜਿਹੜੀ ਹਵਾ ਹੈ, ਉਹ ਜਿਹੜੀ ਪਵਨ ਹੈ ਜਿਹੜੀ ਨਿਕਲਦੀ ਹੈ ਅੰਦਰੋਂ, ਉਹਦਾ ਆਸਰਾ ਕੀ ਹੈ? ਉਹ ਕਿਹਦੇ ਆਸਰੇ ਤੇ ਟਿਕੇ ਹੋਏ ਆ? 3 7 3 ਜਮਾ 7 10, ਉਂਗਲ ਦਾ ਅਰਥ ਹੈ ਉਂਗਲਾਂ, ਵਾਈ ਦਾ ਅਰਥ ਹੈ ਹਵਾ। ਇਹ ਕਹਿੰਦੇ ਨੇ ਕਹਿੰਦੇ ਕਿਹਾ ਜਾਂਦਾ ਹੈ, ਅਸੀਂ ਮੰਨਦੇ ਆ ਗੱਲ। ਸਾਡਾ ਮਤ ਇਹ ਕਹਿੰਦਾ ਹੈ ਵੀ ਦੱਸੋ ਤਿਸ ਕਹੋ ਕਵਨ ਕਹੋ ਮੈਨੂੰ ਦੱਸ, ਕਹੋ ਦੱਸੋ ਬਈ ਉਹਦਾ ਆਧਾਰ ਦਾ ਅਰਥ ਹੈ ਆਸਰਾ। ਵੀ ਉਹਦਾ ਆਧਾਰ ਕੀ ਹੈ? ਉਹ ਕਿਹਦੇ ਆਸਰੇ ਤੇ ਖੜੇ ਹੈ? ਤਾਂ ਪਹਿਲਾ ਸਵਾਲ ਸੀ ਵੀ ਜਿਸ ਤੁਹਾਡਾ ਮਤ ਇਹ ਹੈ ਵੀ ਉਹ ਸ਼ਬਦ ਦਾ ਵਾਸਾ ਕਿੱਥੇ ਹੈ ਜਿਸ ਨਾਲ ਸੰਸਾਰ ਭਵਜਲ ਤੋਂ ਪਾਰ ਹੋ ਜਾਈਦਾ। ਦੂਜਾ ਸਵਾਲ ਆ ਗਿਆ ਵੀ ਪ੍ਰਾਣ ਭਾਵ ਸਵਾਸਾਂ ਨੂੰ 10 ਉਂਗਲਾਂ ਤੱਕ ਜਿੱਥੇ ਇਹ ਜਾਂਦਾ ਹੈ, ਇਹਨਾਂ ਪ੍ਰਾਣਾਂ ਦਾ ਆਸਰਾ ਕੀ ਹੈ? ਕਿਹਦੇ ਆਸਰੇ ਤੇ ਖੜੇ ਹਨ? ਉਹ ਕਿਸੇ ਐਸਾ ਆਸਰਾ ਹੋਏਗਾ ਜਿਹਦੇ ਆਸਰੇ ਤੇ ਟਿਕੇ ਹੋਏ ਆ, ਉਹਨਾਂ ਨੂੰ ਕੋਈ ਸਹਾਰਾ ਦਿੰਦਾ ਹੀ ਹੋਏਗਾ। ਉਹ ਸਹਾਰਾ ਦੱਸੋ, ਉਹ ਆਸਰਾ ਦੱਸੋ ਸਾਨੂੰ ਵੀ ਉਹ ਕੀ ਹਿਸਾਬ ਕਿਤਾਬ ਹੈ, ਕੀ ਮਸਲਾ ਹੈ ਉਹਦਾ ਪ੍ਰਾਣਾਂ ਦਾ। ਅਗਲਾ ਸਵਾਲ ਜਿਹੜਾ ਉਹਨਾਂ ਨੇ ਕੀਤਾ, ਕਹਿੰਦੇ ਜੀਵ ਆਤਮਾ ਜਿਹੜੀ ਬੋਲਦੀ ਹੈ, ਖੇਡਦੀ ਹੈ, ਕੇਲਾ ਕਰਦੀ ਹੈ, ਕਲੋਲਾ ਕਰਦੀ ਹੈ, ਉਹ ਦੱਸੋ ਕਿਵੇਂ ਡੋਲ ਰਹਿ ਸਕਦੀ ਹੈ, ਕਿਵੇਂ ਟਿਕ ਸਕਦੀ ਹੈ? ਫਿਰ ਅਗਲਾ ਸਵਾਲ ਹੋਰ ਕਰਤਾ ਵੀ ਜਿਹੜਾ ਪ੍ਰਭੂ ਜਿਸ ਦਾ ਕੋਈ ਰੰਗ ਨਹੀਂ, ਰੂਪ ਨਹੀਂ, ਚੱਕਰ ਨਹੀਂ, ਚਿੰਨ੍ਹ ਨਹੀਂ, ਉਹਨੂੰ ਵੇਖਿਆ ਕਿਵੇਂ ਜਾ ਸਕਦਾ? ਤੁਸੀਂ ਕਹਿੰਦੇ ਵੇਖ ਪਰਮੇਸ਼ਰ ਨੂੰ ਦੀਦਾਰ ਹੋ ਜਾਂਦਾ, ਉਹਨੂੰ ਦੇਖ ਕਿਵੇਂ ਲਈਦਾ? ਫਿਰ ਅੱਗੇ ਜਾ ਕੇ ਕਹਿੰਦਾ ਵੀ ਇਹ ਬਾਲਿਆ, ਹੇ ਉਦੂ, ਹੇ ਅਵਧੂਤ, ਹੇ ਜੋਗੀ ਨਾਨਕ, ਵੇ ਜੋਗੀ ਨਾਨਕ, ਇੱਕ ਗੱਲ ਦੱਸ ਵੀ ਮਨੁੱਖ ਆਪਣੇ ਅਮੋੜ ਮਨ ਨੂੰ ਕਿਵੇਂ ਸਿੱਧੇ ਰਸਤੇ ਤੇ ਪਾ ਸਕਦਾ ਹੈ, ਜਾਂ ਕਿਵੇਂ ਸਮੱਤ ਵਾਲੇ ਪਾਸੇ ਲੈ ਸਕਦਾ ਹੈ? ਕੁਮੱਤ ਉਹਦੀ ਕਿਵੇਂ ਮੁੱਕ ਸਕਦੀ ਹੈ? ਕੁਬੁੱਧ ਕਿਵੇਂ ਹਟ ਜਾਵੇ ਤੇ ਇਹ ਸਮੱਤ ਪਾਸੇ ਨੂੰ ਕਿਵੇਂ ਮੋੜ ਦੇਵੇ? ਇਹ ਸਵਾਲ 5 ਤਰ੍ਹਾਂ ਦੇ ਸਵਾਲ ਹਨ ਜਿਹੜੇ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਦੇ ਅੱਗੇ ਰੱਖੇ ਸਿੱਧਾ ਨੇ। ਤੇ ਆਖਰੀ 2 ਪੰਕਤੀਆਂ ਜਿਹੜੀਆਂ ਨੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਇਹਨਾਂ ਸਵਾਲਾਂ ਦਾ ਇਸ਼ਾਰੇ ਮਾਤਰ ਉੱਤਰ ਗੁਰੂ ਜੀ ਨੇ ਦਿੱਤਾ, ਔਰ ਪੌੜੀ ਨੰਬਰ 59 ਦੇ ਵਿੱਚ ਵਿਸਤਾਰ ਸਹਿਤ ਉੱਤਰ ਹੈ, ਔਰ ਕੁਝ ਅੰਗਲਵਾਈ ਦਾ ਜਵਾਬ ਗੁਰੂ ਪਾਤਸ਼ਾਹ ਨੇ ਪੌੜੀ ਨੰਬਰ 60 ਦੇ ਵਿੱਚ ਜਾ ਕੇ ਅੱਗੇ ਦਿੱਤਾ ਹੈ। ਹੁਣ ਜੋਗੀਆਂ ਨੇ ਸਵਾਲ ਖੜਾ ਕੀਤਾ ਪਹਿਲਾ ਸ਼ਬਦ ਬਾਰੇ। ਹੁਣ ਸ਼ਬਦ ਸ਼ੈ ਕੀ ਹੈ? ਸ਼ਬਦ ਚੀਜ਼ ਕੀ ਹੈ? ਸ਼ਬਦ ਖੜਾ ਕਿੱਥੇ ਹੈ? ਸ਼ਬਦ ਟਿਕਿਆ ਕਿੱਥੇ ਹੈ? ਸ਼ਬਦ ਦਾ ਵਾਸਾ ਕਿੱਥੇ ਹੈ? ਹੁਣ ਇਹ ਸਵਾਲ ਬੜਾ ਟੇਢਾ ਜਿਹਾ ਸਵਾਲ ਹੈ ਜੋਗੀਆਂ ਦਾ। ਜੇ ਆਪਾਂ ਦੇਖਦੇ ਹਾਂ ਸੰਸਾਰ ਵਿੱਚ ਦੂਰ ਦੂਰ ਨਜ਼ਰ ਦੌੜਾਉਂਦੇ ਆ ਤਾਂ ਧਰਮ ਦਾ ਸਾਰਾ ਖੇਤਰ ਹੀ ਜਿਹੜਾ ਹੈ ਉਹ ਸ਼ਬਦ ਦੇ ਉੱਤੇ ਹੀ ਖੜਾ ਹੈ। ਔਰ ਸੰਸਾਰ ਦੀ ਕੇਵਲ ਧਰਮ ਦਾ ਖੇਤਰ ਨਹੀਂ, ਸੰਸਾਰ ਦੀ ਹਰ ਕਿਰਿਆ ਦੇ ਸ਼ਬਦ ਉੱਤੇ ਖੜੀ ਹੈ। ਜੇ ਅੱਜ ਮੌਨ ਧਾਰ ਕੇ ਕੋਈ ਬੈਠ ਜਾਏ, ਬੋਲੇ ਹੀ ਨਾ, ਸੰਸਾਰ ਦੀ ਖੇਡ ਹੀ ਖਤਮ ਹੋ ਜਾਏਗੀ। ਇਹ ਸਾਰੀ ਕਿਰਿਆ ਜਿਹੜੀ ਸ਼ਬਦ ਤੇ ਖੜੀ ਹੈ। ਸ਼ਬਦ ਹੈ ਕਿ ਬੋਲ, ਜੋ ਅਸੀਂ ਬੋਲਦੇ ਹਾਂ। ਆਪਾਂ ਦੇਖਦੇ ਹਾਂ ਮੰਦਰਾਂ ਦੁਆਰਿਆਂ ਤੇ ਜਾਂਦੇ ਹਾਂ, ਮੰਦਰ ਦੁਆਰਿਆਂ ਜਾ ਕੇ ਕੀ ਵੇਖਦੇ ਹਾਂ? ਕੋਈ ਉੱਥੇ ਰਮਾਇਣ ਦਾ ਪਾਠ ਪੜ੍ਹ ਰਿਹਾ, ਕੋਈ ਉੱਥੇ ਗੀਤਾ ਦਾ ਪਾਠ ਪੜ੍ਹ ਰਿਹਾ, ਕੋਈ ਕਿਸੇ ਦਾ ਉਪਦੇਸ਼ ਦੱਸਦਾ ਹੈ, ਕੋਈ ਬੋਲ ਕੇ ਦੱਸ ਰਿਹਾ, ਕੋਈ ਸਿੱਖਿਆ ਕਿਹੜੀ ਦੇ ਰਿਹਾ। ਇਹ ਸਭ ਕੁਝ ਕੀ ਹੈ?
ਇਹ ਸਾਰੇ ਲਫ਼ਜ਼ ਕੀ ਹਨ? ਇਹ ਗੱਲ ਵੱਖਰੀ ਹੈ ਕਿ ਮਨੁੱਖ ਨੇ ਆਪਣੇ ਅੰਦਾਜ਼ਿਆਂ ਨਾਲ ਉਹ ਸ਼ਬਦ ਘੜ ਲਏ, ਲੇਕਿਨ ਹੈ ਤਾਂ ਬੋਲ, ਹੈ ਤਾਂ ਸ਼ਬਦ। ਇਹ ਹੈ ਤਾਂ ਬੋਲ ਹੀ ਨੇ ਨਾ। ਬਿਨਾਂ ਬੋਲਣ ਤੋਂ ਤਾਂ ਕੋਈ ਕਿਸੇ ਨੂੰ ਸਿੱਖਿਆ ਦੇ ਨਹੀਂ ਸਕਦਾ, ਬਿਨਾਂ ਬੋਲਣ ਤੋਂ ਕੋਈ ਸੁਣਾ ਨਹੀਂ ਸਕਦਾ। ਭਾਵੇਂ ਆਪਣੇ ਲਿਖੇ ਹੋਏ ਬੋਲ ਨੇ, ਉਹਨਾਂ ਦੇ ਅੰਦਾਜ਼ਿਆਂ ਤੋਂ ਲਿਖੇ ਹੋਏ ਬੋਲ ਨੇ, ਇਹ ਧੁਰ ਕੇ ਬੋਲ ਨਹੀਂ ਹਨ, ਪਰ ਹੈਗੇ ਤਾਂ ਬੋਲ। ਉਹੀ ਬੋਲ ਪੜ੍ਹ ਕੇ ਸੁਣਾਉਂਦੇ ਨੇ, ਉਹੀ ਬੋਲ ਕਰਕੇ ਦਿਖਾਉਂਦੇ ਨੇ। ਆਪਣੇ ਕਿਆਫੇ ਲਾ ਲਾ ਕੇ, ਅੰਦਾਜ਼ੇ ਲਾ ਲਾ ਕੇ ਸ਼ਬਦ ਜਿਹੜੇ ਸੀ ਉਹਨਾਂ ਨੇ ਇਕੱਠੇ ਕਰ ਲਏ। ਤੇ ਆਪਾਂ ਦੇਖੋ, ਮਸਜਿਦਾਂ ਵੀ ਜਾ ਲਓ, ਮਸੀਤ ਵੀ ਚਲੇ ਜਾਓ, ਉੱਥੇ ਜਾ ਕੇ ਜੇ ਕੋਈ ਨਮਾਜ਼ ਪੜ੍ਹ ਰਿਹਾ, ਕੋਈ ਇਬਾਦਤ ਕਰ ਰਿਹਾ, ਕੋਈ ਕਲਮਾ ਪੜ੍ਹ ਰਿਹਾ, ਹੈ ਤਾਂ ਵੀ ਸ਼ਬਦਾਂ ਵਿੱਚ ਹੀ, ਹੈ ਤਾਂ ਵੀ ਬੋਲਾਂ ਦੇ ਵਿੱਚ ਹੀ ਹੈਗਾ ਤਾਂ ਵੀ ਬੋਲ ਹੀ ਨੇ। ਅਸੀਂ ਦੂਜੇ ਸਥਾਨ ਤੇ ਚਲੇ ਜਾਓ, ਚਰਚਾਂ 'ਚ ਚਲੇ ਜਾਓ, ਉੱਥੇ ਕੋਈ ਅੰਜੀਲ ਦਾ ਪਾਠ ਕਰ ਰਿਹਾ, ਅੰਜੀਲ ਦੇ ਵਿੱਚੋਂ ਪੜ੍ਹ ਕੇ ਕਹਾਣੀ ਸੁਣਾ ਰਿਹਾ, ਲਿਖੀ ਤਾਂ ਉਹ ਵੀ ਸ਼ਬਦਾਂ ਦੇ ਵਿੱਚ ਹੋਈ ਹੈ। ਤੇ ਜੇ ਅਸੀਂ ਗੁਰਦੁਆਰੇ ਜਾਂਦੇ ਹਾਂ, ਗੁਰਦੁਆਰੇ ਇੱਥੇ ਤਾਂ ਮੁੱਖ ਰੂਪ ਵਿੱਚ ਪ੍ਰਕਾਸ਼ ਹੀ ਸ਼ਬਦ ਦਾ ਹੈ। ਉੱਥੇ ਸਿਰਫ ਬੋਲ ਕੇ ਸੁਣਾਇਆ ਜਾਂਦਾ ਤੇ ਇੱਥੇ ਉਸੇ ਸ਼ਬਦ ਦਾ ਪ੍ਰਕਾਸ਼ ਹੈ। ਇਹੋ ਹੀ ਫਰਕ ਹੈ। ਪ੍ਰਕਾਸ਼ ਦਾ ਅਰਥ ਰੋਸ਼ਨੀ ਹੈ, ਉਹ ਕੇਵਲ ਬੋਲ ਹਨ, ਇਹ ਰੋਸ਼ਨੀ ਵੀ ਨਾਲ ਹੈ, ਗਿਆਨ ਦਾ ਘਰ ਵੀ ਨਾਲ ਹੈ। ਉਹ ਕਿਸੇ ਦੇ ਅੰਦਾਜ਼ੇ ਦੇ ਬੋਲ ਹਨ, ਪਰ ਇਹ ਸ਼ਬਦ ਕਿਸੇ ਦੇ ਅੰਦਾਜ਼ੇ ਦਾ ਬੋਲ ਨਹੀਂ ਹੈ। ਇਹ ਸ਼ਬਦ ਕਿਸੇ ਦਾ ਅੰਦਾਜ਼ਾ ਲਾਇਆ ਹੋਇਆ ਬੋਲ ਨਹੀਂ ਹੈ। ਇਹ ਉਹ ਬੋਲ ਨੇ ਜਿਹੜੇ ਆਏ, ਉਹ ਬੋਲਾਂ ਨੂੰ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ 'ਚ, ਉਹਨੂੰ ਪੋਥੀ ਪਰਮੇਸ਼ਰ ਕਾ ਥਾਨ ਕਹਿ ਕੇ ਵਡਿਆਈ ਦਿੱਤੀ। ਇਹ ਉਹ ਬੋਲ ਨੇ, ਇਹ ਉਹ ਸ਼ਬਦ ਹੈ। ਹੁਣ ਇਹ ਜਿਹੜਾ ਇਹ ਸ਼ਬਦ ਹੈ, ਇਹ ਸਾਰੇ ਬ੍ਰਹਿਮੰਡ ਨੂੰ ਹੀ ਆਪਣੇ ਕਲਾਵੇ 'ਚ ਲਈ ਬੈਠਾ ਹੈ। ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਜਿਹਨੂੰ ਅਸੀਂ ਸ਼ਬਦ ਗੁਰੂ ਕਹਿੰਦੇ ਆ, ਕਿਉਂ ਕਹਿੰਦੇ ਆ? ਕਿਉਂਕਿ ਸਾਰੇ ਕਲਾਵੇ ਨੂੰ ਹੀ ਆਪਣੇ, ਸਾਰੇ ਬ੍ਰਹਿਮੰਡ ਨੂੰ ਹੀ ਆਪਣੇ ਕਲਾਵੇ 'ਚ ਲੈ ਕੇ ਬੈਠਾ ਹੋਇਆ। ਇਹ ਸ਼ਬਦ ਇੰਨਾ ਵਿਸ਼ਾਲ ਹੈ, ਇਹਦਾ ਦਾਇਰਾ ਇੰਨਾ ਵੱਡਾ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਸ਼ਬਦ ਦੇ ਪ੍ਰਚਾਰ ਪ੍ਰਸਾਰ ਕਰਨ ਵਾਲਿਆਂ ਨੂੰ ਆਪਣੀ ਕੌਮ ਤੱਕ ਹੀ ਨਹੀਂ ਪਹੁੰਚਾਇਆ, ਬ੍ਰਹਿਮੰਡ ਦੇ ਵਿੱਚ ਤਾਂ ਅਸੀਂ ਸ਼ਬਦ ਨੂੰ ਕੀ ਲੈ ਕੇ ਜਾਣਾ ਸੀ, ਇਹ ਅਲੱਗ ਇਸ਼ੂ ਹੈ। ਲੇਕਿਨ ਗੁਰੂ ਨਾਨਕ ਨੇ ਇਹ ਸ਼ਬਦ, ਜਾਂ ਗੁਰੂ ਜੋਤ ਨੇ ਇਹ ਸ਼ਬਦ ਕੇਵਲ ਸਿੱਖਾਂ ਲਈ ਉਚਾਰਨ ਨਹੀਂ ਕੀਤਾ, ਇਹ ਸ਼ਬਦ ਹਰ ਪ੍ਰਾਣੀ ਮਾਤਰ ਦੇ ਲਈ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਅੰਦਰ ਸੰਦੇਸ਼ ਭਾਵੇਂ ਭਗਤਾਂ ਨੇ ਦਿੱਤਾ, ਭਾਵੇਂ ਭੱਟ ਸਾਹਿਬਾਨ ਨੇ ਦਿੱਤਾ, ਭਾਵੇਂ ਗੁਰਸਿੱਖਾਂ ਦਾ ਉਪਦੇਸ਼ ਦਰਜ ਕੀਤਾ, ਪਰ ਉਹ ਲਿਮਟਿਡ ਨਹੀਂ ਹੈ ਵੀ ਇਹਨੂੰ ਕੇਵਲ ਸਿੱਖ ਸੁਣ ਸਕਦਾ, ਇਹਨੂੰ ਗੈਰ ਸਿੱਖ ਨਹੀਂ ਸੁਣ ਸਕਦਾ, ਇਹਨੂੰ ਦੂਜਾ ਸੁਣ ਸਕਦਾ। ਹਾਲਾਂਕਿ ਦੂਜੇ ਮੰਦਰ ਦੁਆਰਿਆਂ ਦੀ ਗੱਲ ਤਾਂ ਆਪਾਂ ਸੁਣ ਲਈ ਸੀ ਵੀ ਉੱਥੇ ਤਾਂ ਜਾਣ ਦੀ ਇਜਾਜ਼ਤ ਨਹੀਂ ਹੈ, ਸੁਣਨ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ। ਪਰ ਗੁਰੂ ਨਾਨਕ ਦੇ ਇਸ ਸ਼ਬਦ ਦੇ ਕਲਾਵੇ ਵਿੱਚ ਸਾਰੀ ਦੁਨੀਆ ਆਉਂਦੀ ਹੈ। ਇਹ ਸ਼ਬਦ ਬ੍ਰਹਮੰਡੀ ਸ਼ਬਦ ਹੈ, ਕਿਉਂਕਿ ਇਹ ਆਪਣੇ ਬੋਲ ਨਹੀਂ ਹਨ, ਇਹ ਸ਼ਬਦ ਕਰਤਾਰ ਦੇ ਬੋਲ ਹਨ, ਇਹ ਕਰਤਾਰ ਵੱਲੋਂ ਭੇਜੇ ਹੋਏ ਬੋਲ ਹਨ। ਇਹ ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵਟ ਅਵਰ ਨਾ ਕੋਇ ਹੈ। ਇਹ ਤਾਂ ਨਿਰੰਕਾਰ ਦਾ ਆਪਣਾ ਰੂਪ ਹੈ। ਇਸ ਕਰਕੇ ਇਹ ਸ਼ਬਦ ਨੂੰ ਜਿਹੜਾ ਹੈ, ਇਹ ਸ਼ਬਦ ਬਹੁਤ ਵਿਸ਼ਾਲ ਦਾਇਰਾ ਹੈ। ਅਸੀਂ ਇਹਨੂੰ ਲਿਮਟਡ ਜਿਹਾ ਕਰ ਲਿਆ ਵੀ ਅਸੀਂ ਇਹਨਾਂ ਨੂੰ ਸੁਣਾਉਣਾ, ਇਹਨਾਂ ਨੂੰ ਨਹੀਂ ਸੁਣਾਉਣਾ। ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ ਉਸ ਸ਼ਬਦ ਦੇ ਆਪ ਵੀ ਗਹਿਰਾਈ ਤੱਕ ਨਹੀਂ ਪਹੁੰਚ ਸਕੇ ਤੇ ਸ਼ਬਦ ਦੀਆਂ ਉਹ ਡੂੰਘਾਈਆਂ ਨੂੰ ਅਸੀਂ ਵੀ ਨਾ ਸਮਝ ਸਕੇ ਜੋ ਗੁਰੂ ਬਾਬੇ ਨੇ ਸਾਨੂੰ ਸਮਝਾਇਆ ਸੀ। ਹੁਣ ਹਰ ਪਾਸੇ ਦੇਖੋ ਸ਼ਬਦ ਪੜ੍ਹਿਆ ਜਾ ਰਿਹਾ, ਸ਼ਬਦ ਸੁਣਿਆ ਜਾ ਰਿਹਾ। ਹੁਣ ਸਵਾਲ ਇਹ ਪੈਦਾ ਹੋ ਗਿਆ ਵੀ ਸ਼ਬਦ ਟਿਕਦਾ ਕਿੱਥੇ ਹੈ, ਆਇਆ ਕਿੱਥੋਂ ਹੈ, ਸ਼ਬਦ ਟਿਕਿਆ ਕਿੱਥੇ ਹੈ? ਇਹ ਸ਼ਬਦ ਹੀ ਹੈ। ਜਦੋਂ ਭਗਤ ਬੋਲਦਾ ਨਾ ਕੋਈ ਸ਼ਬਦ ਤਾਂ ਦੁਨੀਆ 'ਚ ਪ੍ਰਗਟ ਹੋ ਜਾਂਦਾ ਹੈ, ਦੁਨੀਆ ਸੁਣਦੀ ਹੈ ਸ਼ਬਦ। ਔਰ ਜਦੋਂ ਇਹ ਸ਼ਬਦ ਗੁਰੂ ਬੋਲਦਾ ਹੈ ਉਦੋਂ ਪਰਮੇਸ਼ਰ ਸੁਣਦਾ ਹੈ। ਜਦੋਂ ਭਗਤ ਬੋਲਦਾ ਹੈ, ਗੁਰੂ ਇਹ ਸ਼ਬਦ ਬੋਲਦਾ, ਪਰਮੇਸ਼ਰ ਵੀ ਇਹ ਸ਼ਬਦ ਸੁਣਦਾ ਹੈ। ਗੁਰੂ ਮਹਾਰਾਜ ਦਾ ਇੱਕ ਬਚਨ ਆਉਂਦਾ ਆਸਾ ਰਾਗ ਦੇ ਵਿੱਚ, ਸਤਿਗੁਰੂ ਜੀ ਇੱਕ ਬਚਨ ਕਰਦੇ ਹੈ, ਸ਼ਬਦੋਂ ਹੀ ਭਗਤ ਜਾਪ ਦੇ। ਪ੍ਰਗਟ ਕਿੱਥੋਂ ਹੋਏ ਭਗਤ? ਇਸ ਸ਼ਬਦ ਤੋਂ। ਜਿਨ ਕੀ ਬਾਣੀ ਸੱਚੀ ਹੋਈ, ਜਿਨ ਕੀ ਬਾਣੀ ਸੱਚੀ ਹੋਏ, ਉਹਨਾਂ ਦੇ ਬੋਲ ਵੀ ਸੱਚ ਨੇ। ਵਿੱਚੋਂ ਆਪ ਗਿਆ ਨਾਉ ਮੰਨਿਆ, ਸੱਚ ਮਿਲਾਵੇ ਹੋਏ। ਅੰਦਰੋਂ ਆਪਣਾ ਚਲਾ ਗਿਆ ਸ਼ਬਦ ਨਾਲ।
ਤੇ ਇਹ ਸ਼ਬਦ ਜਦੋਂ ਗੁਰੂ ਬੋਲਦਾ ਹੈ, ਭਗਤ ਬੋਲਦਾ ਹੈ, ਤੇ ਗੁਰੂ ਪਾਤਸ਼ਾਹ ਕਹਿੰਦੇ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ, ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਬਣਿਆ। ਉਹੀ ਵਰਤਦਾ ਜੋ ਸ਼ਬਦ ਵਿੱਚ ਹੈ, ਕਿਉਂਕਿ ਸ਼ਬਦ ਪਰਮੇਸ਼ਰ ਦਾ ਹੈ, ਸ਼ਬਦ ਪਰਮੇਸ਼ਰ ਦਾ ਹੈ, ਸ਼ਬਦ ਪਰਮੇਸ਼ਰ ਨੇ ਭੇਜਿਆ, ਉਹਦੇ ਘਰ ਦੇ ਬੋਲਣਾ, ਆਪਣੇ ਬੋਲ ਨਹੀਂ ਹਨ ਇਸ ਸ਼ਬਦ ਦੇ ਵਿੱਚ। ਤਾਂ ਇਹ ਜਦੋਂ ਪਰਮੇਸ਼ਰ ਨੇ ਇੱਕ ਸ਼ਬਦ ਬੋਲੇ ਤਾਂ ਉਹਨੇ ਸਾਰੇ ਬ੍ਰਹਿਮੰਡ ਦੀ ਰਚਨਾ ਕਰ ਦਿੱਤੀ। ਬੋਲੇ ਸ਼ਬਦ ਹੀ ਸੀ ਤੇ ਇਹਨਾਂ ਸ਼ਬਦਾਂ ਨਾਲ ਹੀ ਪਰਮੇਸ਼ਰ ਨੇ ਸਾਰੇ ਬ੍ਰਹਿਮੰਡ ਦੀ ਰਚਨਾ ਕਰ ਦਿੱਤੀ। ਹੁਣ ਸਿੱਧਾ ਨੇ ਸਵਾਲ ਕੀਤਾ, ਬਾਲੇ ਅਸੀਂ ਸ਼ਬਦ ਦੇ ਸੰਬੰਧ ਵਿੱਚ ਹੀ ਜਾਣਨਾ ਚਾਹੁੰਦੇ ਹਾਂ। ਤੁਸੀਂ ਕਿਹਾ ਸ਼ਬਦ ਦੀ ਉਤਪਤੀ ਪਵਨ ਤੋਂ ਹੋਈ, ਸੱਚ ਹੈ ਤੇ ਪਵਨਾ ਪਿਆ। ਤੁਸੀਂ ਸਾਨੂੰ ਇਹ ਗੱਲ ਸਮਝਾਈ ਸੀ ਵੀ ਪਵਨ ਤੋਂ ਸ਼ਬਦ ਦੀ ਉਤਪਤੀ ਹੋਈ। ਜਿੰਨਾ ਸੰਸਾਰ ਦਾ ਸ਼ਬਦ ਹੈ ਉਹ ਸਾਰਾ ਪਵਨ ਹੀ ਹੈ। ਪਵਨ ਤੋਂ ਪਵਨ ਚ ਬੋਲ ਪੈਦਾ ਹੁੰਦਾ ਹੈ। ਹੁਣ ਸੰਗੀਤ ਦੀ ਦੁਨੀਆ ਵੀ ਆਪਾਂ ਦੇਖਦੇ ਹਾਂ, ਮਿਊਜ਼ਿਕ ਦੀ ਦੁਨੀਆ ਦੇਖੋ, ਸੰਗੀਤ ਦੀ ਦੁਨੀਆ ਦੇਖੋ, ਤੇ ਇਹਦੇ ਜਿੰਨੇ ਸਾਜ਼ ਨੇ, ਸਾਜ਼ ਵੀ ਪਵਨ ਨਾਲ ਹੀ ਵੱਜਦੇ ਨੇ। ਆਵਾਜ਼ ਕਿੱਥੋਂ ਪੈਦਾ ਹੁੰਦੀ? ਪਵਨ ਦੇ ਵਿੱਚੋਂ। ਹੁਣ ਤਬਲਾ ਵੱਜਦਾ ਹੈ, ਅੰਦਰ ਪਵਨ ਹੈ ਤਾਂ ਵੱਜਦਾ ਹੈ। ਢੋਲਕ ਵੱਜਦਾ ਤੇ ਪਵਨ ਹੈ, ਹਵਾ ਅੰਦਰ ਹੈਗੀ ਤਾਂ ਵੱਜਦਾ ਹੈ, ਕਿਉਂਕਿ ਇਹ ਬੋਲ ਹਵਾ ਵਿੱਚੋਂ ਪੈਦਾ ਹੁੰਦੇ ਨੇ। ਸੰਗੀਤ ਦੇ ਜਿਹੜੇ ਸਾਜ਼ ਆਪਾਂ ਦੇਖਦੇ ਹਾਂ, ਤਾਂ ਇਹਨਾਂ ਨੂੰ ਪੰਜ ਸ਼ਬਦ ਦੀ ਗੱਲ ਕੀਤੀ ਹੈ। ਪੰਜਾਂ ਸਾਜ਼ਾਂ ਦੀ ਮਿਲਵੀਂ ਆਵਾਜ਼ ਦਾ ਆਨੰਦ ਸ਼ਬਦ ਦੇ ਵਿੱਚ ਆਉਂਦਾ, ਤਾਂ ਹੀ ਇਹ ਤੁਲਨਾ ਦਿੱਤੀ ਹੈ। ਕਿਉਂਕਿ ਇਹ ਸੰਗੀਤ ਦੇ ਜਿੰਨੇ ਤਕਰੀਬਨ ਸਾਰੇ ਸਾਜ਼ ਨੇ ਇਹ ਪਵਨ ਨਾਲ ਵੱਜਦੇ ਆ। ਸਾਡਾ ਬੋਲਣਾ ਵੀ ਪਵਨ ਦੇ ਨਾਲ ਹੈ। ਅਸੀਂ ਜੋ ਬੋਲਦੇ ਆ ਇਹ ਵੀ ਹਵਾ ਦੇ ਨਾਲ ਬੋਲਦੇ ਆ, ਪਵਨ ਦੇ ਨਾਲ ਹੀ ਬੋਲਦੇ ਆ। ਜੇ ਪਵਨ ਦਾ ਵੇਗ ਟੁੱਟ ਗਿਆ, ਹਵਾ ਦਾ ਵੇਗ ਟੁੱਟ ਜਾਵੇ ਤਾਂ ਆਵਾਜ਼ ਬੰਦ ਹੋ ਜਾਂਦੀ ਹੈ। ਈਵਨ ਆ ਜਿਹੜੀ ਸਾਡੀ ਸੈਟਲਾਈਟ ਜਾਂ ਦੂਜੀਆਂ ਚੀਜ਼ਾਂ, ਜਿਹੜੇ ਅਸੀਂ ਮੋਬਾਈਲ ਫੋਨ ਜਾਂ ਰੇਡੀਓ ਬ੍ਰੌਡਕਾਸਟਿੰਗ ਜਾਂ ਟੈਲੀਕਾਸਟਿੰਗ ਪਵਨ ਨਾਲ ਹੀ ਹੁੰਦੀ ਹੈ। ਜਦੋਂ ਕਿਤੇ ਟੁੱਟ ਜਾਏ तो फिर हमें खेद है, हमारा संपर्क टूट गया। संपर्क क्यों टूट गया? पवन दियां तरंगां टुट गईयां, लहरां टुट गईयां। बस आ जिहड़ा बोल है साडा ये भी पवन चों पैदा हुंदा। कितनी हैरानी की गल है कि जिस शब्द का संबंध पवन नाल है, जिस शब्द का संबंध पवन दे नाल है, जदों मनुख बोलता है तो पवन का वेग अंदरों निकलता है। जदों मनुख बोलता की है उदों पवन का वेग अंदरों निकलता है, तां ही मनुख बोल सकता, नहीं तो बोल नहीं सकता। जे पवन का अस मूँह बंद कर लीए, हुण वेग पवन का बाहर ना कढ़ीए, भावें सारी जिंदगी बैठे रहिए, बोल तो बोल नहीं सकता, क्योंकि बोल पवन दे विचों इहदे विचों पैदा हुंदे ने। हुण सिद्ध कहते हैं भी ये पवन का वेग रहिंदा 10 उंगलों तक, 10 7 जमा 3 उंगलों तक, 3 7 अंगल वाई कही है, तिस कहो कवन आधारो, भी ये रहिंदा 10 उंगलों तक। ये भाव भी जिहड़ी हवा आ ये 10 उंगलों ते जाके मुक जाती है। उन्हां दा मत ये गल कहंदा है, हुंदा भी इन्ना की है, 10 नहीं तो 8 होणगीਆਂ, 8 नहीं तो 12 हो जाणगीਆਂ। किन्नी कुछ दूर तक हवा असीं लै सकते हैं। हथ रख के देख लो, नक का श्वास किन्नी देर तक साडे जांदा, जे निकलदा कि पता भी नहीं लगता भी श्वास कित्थे नक चों निकलिया ते कित्थे पहुंचिया। ते आपां अपने हथ रख के वेख लईए। ये जिहड़ी अंगलवाई की गल कीती है, ये जोगी, ये सारा जोगियां दी खेड अंगलवाई दे उत्ते खड़ी है। वो इन्हां प्राणा नूं ही सब कुछ मनदे है, पर गुरु का सिख प्राणा विचों पैदा होए, पवन विचों पैदा होए शब्द नूं सब कुछ मनदा है। गुरमत दा फिलॉसफी इन्हां नाल इहो ही वखरी है। उन्हां दी फिलॉसफी ये कहंदी है भी इस शब्द इस पवन नूं ही प्राणायाम करके पहला इत्थों पाड़ के, फिर गला पाड़ के, फिर मत्था पाड़ के, जिथे जाके टिकदा उत्थे ढोल दी आवाज़ आंदी है, उत्थे आनंद आउंदा है। बस उन्हां दा अलख 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 करदे वो आवाज़ां उत्थे सुणदे हैं, उन्होंने एको ही आवाज़ सुनती है, फिर अलख 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 उन्हों का जो उन्हों का मत कहता। पर वह है पवन की खेड सारी, भी तां ही सारी सारी जिंदगी प्राणायाम करके धक्के लाउंदे रहिंदे ने, धक्के लाउंदे रहिंदे, पर गल बने कि ना बने। पर इत्थे सारी खेड दूजी है,
सतगुरु पवन तो पैदा हुए शब्द की गल करते हैं, ਜਿਹੜੇ सबूल ਇਹਦੇ ਚੋਂ पैदा ਹੁੰਦੇ ਆ। ਉਹ ਕਹਿੰਦੇ ਨੇ ਉਹਦੀ ਤਾਕਤ ਕੀ ਹੈ ਜਿਹੜੀ 10 ਉਂਗਲਾਂ ਤੇ ਮੁੱਕ ਜਾਂਦੀ ਹੈ। ਤੁਸੀਂ ਕਹਿੰਦੇ ਸ਼ਬਦ ਤੇ ਸਭ ਕੁਝ ਖੜਾ ਹੈ, ਤਾਂ ਸਿੱਧਾ ਨੇ ਗੱਲ ਕਰਤੀ ਵੀ ਉਹਦੀ ਤਾਕਤ ਕੀ ਹੈ। ਜੇ 10 ਉਂਗਲਾਂ ਤੱਕ ਹੀ ਸ਼ਬਦ ਨੇ ਜਾ ਕੇ ਮੁੱਕ ਜਾਣਾ ਹੈ ਤੇ ਏਡੀ ਵੱਡੀ ਉਹਦੀ ਤਾਕਤ ਕੀ ਹੈ ਵੀ ਉਹਨੇ ਏਡਾ ਵੱਡਾ ਬੋਲ ਪੈਦਾ ਕਰਤਾ, ਏਡਾ ਵੱਡਾ ਸ਼ਬਦ ਪੈਦਾ ਕਰਦਾ ਜਿਹਦੇ ਸਾਰਾ ਬ੍ਰਹਿਮੰਡ ਹੀ ਖੜਾ ਹੈ। ਕਿਉਂਕਿ ਸ਼ਬਦ ਬੋਲ ਤੋਂ ਬ੍ਰਹਿਮੰਡ ਬਣਿਆ। ਅਸੀਂ ਬਾਰ-ਬਾਰ ਇਹ ਗੱਲ ਦੁਹਰਾਉਂਦੇ ਹਾਂ ਵੀ ਉਹਦੇ ਬੋਲਾਂ ਦੇ ਸਿਰ ਤੇ ਹੀ ਸਾਰਾ ਬ੍ਰਹਿਮੰਡ ਖੜਾ ਹੋਇਆ। ਉਹਨੇ ਕੀਤਾ ਪਸਾਓ, ਉਹਨੇ ਖੜਾ ਕਰ ਦਿੱਤਾ, ਪਸਾਰਾ ਬਣਾ ਦਿੱਤਾ। ਕਹਿੰਦੇ ਸਾਨੂੰ ਇਹ ਭੇਦ ਪੂਰੀ ਤਰ੍ਹਾਂ ਸਮਝਾਓ, ਇਹ ਗੱਲ ਸਾਨੂੰ ਪੂਰੀ ਤਰ੍ਹਾਂ ਦੱਸੋ। ਇਹ ਸਿੱਧਾ ਦਾ ਸਵਾਲ ਸੀ ਵੀ ਤੂੰ 10 ਉਂਗਲਾਂ ਤੇ ਮੁੱਕ ਜਾਂਦਾ। ਲੋ ਹੁਣ ਆਪਾਂ ਥੋੜੀ ਜਿਹੀ ਗੁਰਬਾਣੀ ਨੂੰ ਥੋੜੀ ਜਿਹੀ ਡੂੰਘਾਈ ਨਾਲ ਦੇਖੀਏ, ਚੰਗੀ ਤਰ੍ਹਾਂ ਜਿਹੜਾ ਪਰਖ ਕਰੀਏ, ਗੁਰਬਾਣੀ ਨੂੰ ਸਮਝੀਏ ਕਿ ਸ਼ਬਦ ਦਾ ਮਾਲਕ ਜਿਹਨੇ ਇਸ ਸ਼ਬਦ ਨਾਲ ਸੰਸਾਰ ਨੂੰ ਬਣਾਇਆ ਉਹ ਕੋਈ ਹੋਰ ਨਹੀਂ, ਉਹ ਮਾਲਕ ਪਰਮੇਸ਼ਰ ਆਪ ਹੈ। ਹੁਣ ਸ਼ਬਦ ਹੈ ਕਿੱਥੋਂ ਆਇਆ? ਇਹ ਗੱਲ ਤਾਂ ਗੁਰੂ ਸਾਹਿਬਾਨ ਨੇ ਵੀ ਆਖੀ ਹੈ, ਹੂੰ ਆਪੂ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ। ਇਹਦਾ ਮਤਲਬ ਸ਼ਬਦ ਹੁਕਮ ਹੈ। ਹੂੰ ਆਪੂ ਬੋਲ ਨਾ ਜਾਣਦਾ, ਮੇਰੇ ਬੋਲ ਤਾਂ ਹੈ ਨਹੀਂ, ਮੈਂ ਉਹੀ ਕਹਿ ਰਿਹਾ ਜੋ ਹੁਕਮ ਹੈ ਉਸ ਮਾਲਕ ਦਾ, ਉਸ ਪਰਮੇਸ਼ਰ ਦਾ ਮੈਨੂੰ ਹੁਕਮ ਹੋਇਆ, ਮੈਂ ਉਹ ਕਹਿ ਰਿਹਾ। ਫਿਰ ਕਹਿੰਦੇ ਨੇ ਸੁਖਮਨੀ ਸਾਹਿਬ ਵਿੱਚ ਗੁਰੂ ਪਾਤਸ਼ਾਹ ਜੀ ਵੀ ਕਹਿੰਦੇ ਨੇ ਬੇਸ਼ੁਮਾਰ ਅਥਾ ਆਗੰਤ ਅਤੁੱਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। हे ਵਾਹਿਗੁਰੂ ਜੀ, ਬੇਸ਼ੁਮਾਰ ਪਰਮੇਸ਼ਰ ਜੀ, हे ਅਥਾ ਪ੍ਰਭੂ ਜੀ, हे ਅਗੰਤ ਪ੍ਰਭੂ ਜੀ, ਮੈਂ ਤਾਂ ਤੁਸੀਂ ਜੋ ਬੁਲਾਉਂਦੇ ਉਹ ਬੋਲ ਬੋਲਦਾ। ਇਹਦਾ ਮਤਲਬ ਸ਼ਬਦ ਆਪਣੇ ਬੋਲ ਨਹੀਂ ਹਨ, ਇਹ ਸ਼ਬਦ ਵੀ ਪਰਮੇਸ਼ਰ ਦੇ ਬੋਲ ਹਨ, ਪਰਮੇਸ਼ਰ ਦੇ ਘਰ ਦੇ ਬੋਲ ਹਨ। ਤਾਂ ਇਹਦਾ ਮਤਲਬ ਇਹ ਹੈ ਕਿ ਬੁਲਾਉਣ ਵਾਲੀ ਤਾਕਤ ਜਿਹੜੀ ਹੈ ਉਹ ਕੋਈ ਹੋਰ ਹੈ। ਹੁਣ ਗੁਰੂ ਸਾਹਿਬ ਜੀ ਨੇ ਕੇਵਲ ਇੱਥੇ ਕਿਉਂਕਿ ਇਸ਼ਾਰੇ ਮਾਤਰ ਉੱਤਰ ਦਿੱਤੇ ਨੇ, ਵਿਸਤਾਰਪੂਰਵਕ ਉੱਤਰ ਜਿਹੜੇ ਅਗਲੀ ਪੌੜੀ ਚ ਆਉਂਦੇ ਆ, ਤਾਂ ਹੁਣ ਸਤਿਗੁਰੂ ਜੀ ਨੇ ਅਗਲੀ ਗੱਲ ਫਿਰ ਸਿੱਧਾ ਨੇ ਸਵਾਲ ਕਰਤਾ, ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਲੱਖ ਲਖਾਏ। ਵੀ ਜੋ ਜੀਵ ਆਤਮਾ ਸਰੀਰ 'ਚ ਬੋਲਦੀ ਹੈ, ਉਹ ਕਲੋਲ ਕਰਦੀ ਹੈ, ਉਹ ਖੇਡਦੀ ਹੈ, ਦੱਸੋ ਸਦਾ ਲਈ ਉਡੋਲ ਕਿਵੇਂ ਰੱਖੀ ਜਾ ਸਕਦੀ ਹੈ? ਅਲਖ ਲਿਖਾਏ ਦਾ ਮਤਲਬ ਉਸ ਜਿਹੜੀ ਸਾਡੀ ਜੀਵ ਆਤਮਾ ਆ ਜਿਹੜੀ ਕਲੋਲ ਕਰਦੀ ਹੈ ਉਹ ਕਿਵੇਂ ਅਡੋਲ ਹੋ ਸਕਦੀ ਹੈ? ਔਰ ਉਸ ਪਰਮੇਸ਼ਰ ਨੂੰ ਕਿਵੇਂ ਵੇਖੇ ਜਿਹਨੂੰ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ? ਹੁਣ ਕਿਉਂ ਨਹੀਂ ਦੇਖਿਆ ਜਾ ਸਕਦਾ? ਕਿਉਂਕਿ ਉਹਦਾ ਕੋਈ ਚੱਕਰ ਚਿੰਨ੍ਹ ਨਹੀਂ ਹੈ, ਉਹਦੀ ਕੋਈ ਮੂਰਤੀ ਨਹੀਂ ਹੈ, ਉਹਦੀ ਕੋਈ ਸ਼ਕਲ ਨਹੀਂ ਹੈ। ਲੋਕਾਂ ਨੇ ਭਗਵਾਨ ਦੀਆਂ ਮੂਰਤੀਆਂ ਪੱਥਰ ਦੀਆਂ ਘੜ ਲਈਆਂ, ਲੇਕਿਨ ਅਸਲੀ ਮੂਰਤੀ ਤਾਂ ਨਹੀਂ ਘੜ ਸਕੇ। ਲੋਕਾਂ ਨੇ ਮੂਰਤੀਆਂ ਕਾਗਜ਼ ਦੀਆਂ ਬਣਾ ਲਈਆਂ, ਲੇਕਿਨ ਅਸਲੀ ਮੂਰਤ ਤਾਂ ਪਰਮੇਸ਼ਰ ਦੀ ਨਾ ਬਣੀ, ਕਿਉਂਕਿ ਉਹਦੀ ਸ਼ਕਲ ਹੀ ਨਹੀਂ ਹੈ, ਆਕਾਰ ਨਹੀਂ ਹੈ, ਰੰਗ ਨਹੀਂ ਹੈ, ਰੂਪ ਨਹੀਂ ਹੈ, ਚੱਕਰ ਨਹੀਂ ਹੈ। ਰੂਪ ਨਾਲ ਰੇਖ ਨਾਲ ਰੰਗ ਕਿ ਚਿਤਰਾ ਗੁਣ ਤੇ ਪੂਰਾ ਭਿੰਨ, ਉਹ ਤਾਂ ਹੈ ਹੀ ਨਹੀਂ ਚੀਜ਼ਾਂ ਵਿੱਚ ਆਉਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਉਸ ਜੇ ਤਾਂ ਹੈ ਹੀ ਕੁਝ ਨਹੀਂ। ਜੋਗੀ ਕਹਿੰਦੇ ਨੇ ਵੀ ਬਾਬਾ ਦੱਸ ਤਾਂ ਸਹੀ ਵੀ ਜਿਹਦਾ ਕੋਈ ਸ਼ਕਲ ਨਹੀਂ ਦਿਸਦੀ, ਆਕਾਰ ਨਹੀਂ ਦਿਸਦਾ, ਰੰਗ ਨਹੀਂ ਦਿਸਦਾ, ਰੂਪ ਨਹੀਂ ਦਿਸਦਾ, ਜਾਤ ਨਹੀਂ ਦਿਸਦੀ, ਪਾਤ ਨਹੀਂ ਦਿਸਦੀ, ਵਰਨ ਨਹੀਂ ਦਿਸਦਾ, ਚੱਕਰ ਨਹੀਂ ਦਿਸਦਾ, ਚਿੰਨ੍ਹ ਨਹੀਂ ਦਿਸਦਾ, ਦੱਸ ਇਹ ਜਿਹੜੀ ਆਤਮਾ ਜਿਹੜੀ ਫਿਰ ਕਿੱਦਾਂ ਟਿਕਦੀ ਹੈ, ਕਿੱਦਾਂ ਡੋਲ ਰਹਿ ਜਾਂਦੀ ਹੈ? ਫਿਰ ਇਹ ਤਾਂ ਕਲੋਲ ਕਰਦੀ ਹੈ, ਇਹ ਤਾਂ ਖੇਡਦੀ ਹੈ। ਇਹ ਤਾਂ ਦੇਖੋ ਨਾ, ਇਹ ਤਾਂ ਦੇਹੀ ਮਾਟੀ ਬੋਲੇ ਪੌਣ, ਇਹ ਤਾਂ ਦੇਹੀ ਮਾਟੀ ਹੈ, ਪੌਣ ਬੋਲਦੀ ਹੈ, ਸਵਾਸ ਚੱਲਦੇ ਹੈ। ਇਹ ਆਤਮਾ ਟਿਕੀ ਕਿੱਥੇ ਟਿਕੀ ਹੈ? ਅਗਲਾ ਸਵਾਲ ਤਾਂ ਉਹਨਾਂ ਨੇ ਕਰਤਾ ਨਾਲ ਹੀ। ਫਿਰ ਦੱਸੋ ਇਹ ਫਿਰ ਉਹਦੇ ਵਿੱਚ ਅਲਖ ਦੇ ਵਿੱਚ ਕਿਵੇਂ ਉਹਨੂੰ ਦੇਖੇ, ਕਿਵੇਂ ਉਹਦੇ ਵਿੱਚ ਟਿਕੀ ਰਵੇ, ਕਿਵੇਂ ਅਡੋਲ ਹੋ ਜਾਏ, ਜਿਹਦੇ ਵਿੱਚ ਜਿਹਦਾ ਪਰਮੇਸ਼ਰ ਦਾ ਅਸੀਂ ਅੱਖਾਂ ਨਾਲ ਰੂਪ ਰੰਗ ਨਹੀਂ ਦੇਖ ਸਕਦੇ। ਫਿਰ ਅਗਲਾ ਸਵਾਲ, ਸੁਣ ਸੁਆਮੀ ਸਚ ਨਾਨਕ ਪਰਨਵੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਵਾਲ ਰੱਖਦੇ ਨੇ ਜੋਗੀ, ਆਪਣੇ ਮਨ ਸਮਝਾਏ
ਕਹਿੰਦੇ ਨੇ ਵੀ ਗੁਰੂ ਸਾਹਿਬ ਜੀ ਨੇ ਜਿਹੜੀ ਗੁਰਬਾਣੀ ਰਾਹੀਂ ਜੋ ਸੰਖੇਪ ਜਿਹੇ ਉੱਤਰ ਦਿੱਤੇ, ਉਹਨਾਂ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜੋ ਉਹਨਾਂ ਨੂੰ ਸਿੱਧਾ ਅਗਲੀਆਂ ਦੋ ਪੰਕਤੀਆਂ ਵਿੱਚ ਆਉਣਗੇ। ਪਰ ਜਿਹੜਾ ਸਵਾਲ ਉਹਨਾਂ ਨੇ ਕੀਤਾ ਵੀ ਜਿਹੜਾ ਪਰਮੇਸ਼ਰ ਨੂੰ ਇਹ ਆਤਮਾ ਕਲੋਲ ਕਰਦੀ ਵੇਖ ਨਹੀਂ ਸਕਦੀ, ਇਹ ਜੀਵ ਆਤਮਾ ਦੇਖ ਨਹੀਂ ਸਕਦੀ, ਇਹ ਡੋਲ ਕਿਵੇਂ ਰਹਿ ਸਕਦੀ ਹੈ, ਇਹਦਾ ਉੱਤਰ ਗੁਰਬਾਣੀ ਨੇ ਵੀ ਦਿੱਤਾ। ਸਾਰੰਗ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਬਚਨ ਆਉਂਦਾ ਹੈ, ਜਿਸ ਸਤਿਗੁਰੂ ਕਹਿੰਦੇ ਗੁਰ ਕਾ ਸ਼ਬਦ ਗੁਰ ਥੈਂ ਟਿਕੇ ਹੋਰ ਥੈਂ ਪ੍ਰਗਟ ਨਾ ਹੋਏ। ਹੁਣ ਪਹਿਲੇ ਹਿੱਟ ਮਾਤਰ ਜਿਹੜੇ ਇਸ਼ਾਰੇ ਮਾਤਰ ਗੱਲਾਂ ਸਾਨੂੰ ਸਮਝਾਉਣੀਆਂ ਚਾਹੀਦੀਆਂ ਨੇ ਵੀ ਗੁਰੂ ਦਾ ਸ਼ਬਦ ਜਿਹੜਾ ਹੈ, ਜੋ ਪਰਮੇਸ਼ਰ ਦਾ ਦਿੱਤਾ ਹੋਇਆ ਸ਼ਬਦ ਹੈ, ਸ਼ਬਦ ਦੇ ਦਾਤੇ ਰੱਬ ਨੇ ਬਖਸ਼ਿਸ਼ ਕਰਕੇ ਸ਼ਬਦ ਗੁਰੂ ਦੇ ਅੰਦਰ ਟਿਕਾਇਆ, ਸ਼ਬਦ ਦੇ ਕੇ ਭੇਜਿਆ। ਤਾਂ ਹੀ ਕਹਿੰਦੇ ਨਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਕਿਉਂਕਿ ਉਹਨੂੰ ਸ਼ਬਦ ਦੇ ਕੇ ਭੇਜਿਆ ਸੀ। ਤਾਂ ਹੀ ਪ੍ਰਤੱਖ ਹਰ ਕਿਹਾ ਗੁਰੂ ਅਰਜਨ ਪ੍ਰਤੱਖ ਹਰ, ਕਿਉਂਕਿ ਸ਼ਬਦ ਦੇ ਕੇ ਭੇਜਿਆ ਸੀ। ਸਰਗੁਣ ਸਰੂਪ ਦੇ ਵਿੱਚ ਆ ਕੇ ਉਹ ਸ਼ਬਦ ਬੋਲਿਆ ਗੁਰੂ ਜੀ ਨੇ, ਉਹ ਜੋਤ ਜਿਹੜੀ ਪਰਮੇਸ਼ਰ ਦੀ ਸੀ ਉਹਨੇ ਸ਼ਬਦ ਹੀ ਗਾਇਆ, ਸ਼ਬਦ ਹੀ ਬੋਲਿਆ, ਸ਼ਬਦ ਹੀ ਟਿਕਾਇਆ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਉਹਨੇ ਟਿਕਾਇਆ ਕਿੱਥੇ? ਕਹਿੰਦੇ ਗੁਰੂ ਦੇ ਵਿੱਚ। ਸ਼ਬਦ ਦਾ ਟਿਕਾਣਾ ਕਿੱਥੇ ਹੈ? ਗੁਰੂ ਹੈ। ਹੁਣ ਜੇ ਸ਼ਬਦ ਦਾ ਟਿਕਾਣਾ ਗੁਰੂ ਹੈ, ਹੁਣ ਸਵਾਲ ਇਹ ਹੋ ਗਿਆ ਵੀ ਸ਼ਬਦ ਦਾ ਜੇ ਟਿਕਾਣਾ ਗੁਰੂ ਹੈ ਤੇ ਫਿਰ ਅੱਜ ਦੁਨੀਆ ਥਾਂ ਥਾਂ ਤੇ ਕਿਉਂ ਭਟਕੀ ਫਿਰਦੀ ਹੈ? ਤੇ ਦੁਨੀਆ ਥਾਂ ਥਾਂ ਤੇ ਭਟਕੀ ਕਿਉਂ ਜਾਂਦੀ ਹੈ ਜੇ ਸ਼ਬਦ ਦਾ ਟਿਕਾਣਾ ਗੁਰੂ ਹੈ? ਅਗਲਾ ਸਵਾਲ ਹੈ ਵੀ ਇਹਦੀ ਗੱਲ ਇਹ ਹੈ, ਸਵਾਲ ਦਾ ਜਵਾਬ ਇੱਕੋ ਹੀ ਹੈ ਵੀ ਸਾਨੂੰ ਅਸਲ ਵਿੱਚ ਸ਼ਬਦ ਨਾਲ ਜੁੜਨ ਦੀ ਜੁਗਤੀ ਨਹੀਂ ਆਈ। ਬਸ ਸਾਡਾ ਹਾਲ ਤਾਂ ਉਹ ਹੈ ਵੀ ਅੰਨੇ ਦੇ ਹੱਥ ਵਿੱਚ ਮਾਨਕ ਆ ਗਿਆ, ਕੀਮਤੀ ਅੰਨੇ ਦੇ ਹੱਥ 'ਚ ਮਾਨਕ ਆ ਗਿਆ, ਪੱਥਰ ਆ ਗਿਆ ਅੰਨੇ ਦੇ ਹੱਥ 'ਚ, ਉਹ ਕੀਮਤੀ ਲਾਲ ਸੀ ਤੇ ਉਹ ਅੰਨਾ ਜਿਹੜਾ ਸੀ ਉਹ ਘਰ ਘਰ ਉਹਨੂੰ ਵੇਚਣ ਤੁਰ ਪਿਆ। ਉਹਨੂੰ ਕੀ ਪਤਾ ਮੇਰੇ ਹੱਥ 'ਚ ਪੱਥਰ ਹੈ ਕਿ ਮਾਨਕ ਹੈ? ਉਹ ਘਰ ਘਰ ਜਾ ਕੇ ਉਹਨੂੰ ਵੇਚਣ ਤੁਰ ਪਿਆ। ਕਹਿੰਦੇ ਉਹਨੂੰ ਪਰਖ ਹੈ ਕੋਈ ਨਹੀਂ, ਜਿਨ੍ਹਾਂ ਕੋਲ ਵੇਚਣ ਗਿਆ ਉਹਨਾਂ ਨੂੰ ਵੀ ਪਰਖ ਕੋਈ ਨਹੀਂ ਸੀ, ਉਹਨਾਂ ਨੂੰ ਵੀ ਕੌਡੀ ਮੁੱਲ ਨਹੀਂ ਉਹਦਾ ਪਾਇਆ। ਇਹੋ ਹੀ ਹਾਲ ਹੈ ਨਾ ਸਾਡਾ, ਵੀ ਘਰ ਘਰ ਦਰ ਦਰ ਤੇ ਅਸੀਂ ਠੋਕਰਾਂ ਖਾਂਦੇ ਆ ਸ਼ਬਦ ਨੂੰ ਛੱਡ ਕੇ। ਕਦੀ ਕਿਸੇ ਡੇਰੇ ਤੇ ਤੁਰਦੇ ਆ, ਕਦੀ ਕਿਸੇ ਡੇਰੇ ਤੇ ਤੁਰਦੇ ਆ, ਕਿਸੇ ਕਿਹਦੀ ਮਥਾਜੀ ਕਰਦੇ ਆ, ਕਿਸੇ ਦੀ ਮਥਾਜੀ ਕਰਦੇ ਆ। ਉਹ ਤਾਂ ਆਪ ਅੰਨੇ ਨੇ, ਉਹਨਾਂ ਨੇ ਪਰ ਇਹਦਾ ਮੁੱਲ ਕੀ ਪਾਉਣਾ ਸੀ ਜਿਨ੍ਹਾਂ ਨੂੰ ਇਹਦਾ ਮੁੱਲ ਇਹਦੀ ਕੀਮਤ ਹੀ ਨਹੀਂ ਪਤਾ। ਗੁਰੂ ਪਾਤਸ਼ਾਹ ਗੁਰੂ ਸਾਹਿਬ ਜੀ ਨੇ ਬੜਾ ਕਮਾਲ ਦਾ ਇੱਕ ਸਾਡੇ ਅੰਦਰ ਇਹ ਜਵਾਬ ਦਿੱਤਾ ਗੁਰੂ ਅਮਰਦਾਸ ਮਹਾਰਾਜ ਨੇ। ਕਹਿੰਦੇ ਨੇ ਅੰਨੇ ਵਸ ਮਾਨਕ ਪਿਆ ਘਰ ਘਰ ਵੇਚਣ ਜਾਏ। ਅੰਨੇ ਦੇ ਹੱਥ 'ਚ ਮਾਨਕ ਆ ਗਿਆ। ਹੁਣ ਅੰਨੇ ਨੂੰ ਕੀ ਪਤਾ ਵੀ ਮਾਨਕ ਦੀ ਕੀਮਤ ਕੀ ਹੈ? ਉਹਨੂੰ ਇਹ ਵੀ ਨਹੀਂ ਪਤਾ ਮੇਰੇ ਹੱਥ 'ਚ ਕੀ ਹੈ, ਕਿਉਂਕਿ ਦੇਖ ਨਹੀਂ ਸਕਦਾ। ਕਹਿੰਦੇ ਨੇ ਫਿਰ ਕੀ ਹੋਇਆ ਕਿ ਉਹਨਾਂ ਪਰਖ ਨਾ ਆ ਬਈ, ਮਾਨਕ ਦੀ ਪਰਖ ਤਾਂ ਉਹਨਾਂ ਨੂੰ ਵੀ ਹੈ ਨਹੀਂ। ਅੱਡ ਨਾ ਪੱਲੇ ਪਾਏ, ਕੌਡੀ ਦਾ ਮੁੱਲ ਵੀ ਕਹਿੰਦੇ ਪੱਲੇ ਨਹੀਂ ਪਾਉਂਦੇ ਉਹਦਾ। ਅੱਡ ਦਾ ਅਰਥ ਕੌਡੀ ਜਿੰਨਾ, ਕੌਡੀ ਦਾ ਮੁੱਲ ਵੀ ਨਹੀਂ ਪਾਇਆ ਕਿਉਂਕਿ ਉਹਨਾਂ ਨੂੰ ਆਪ ਇਹਦੀ ਪਰਖ ਨਹੀਂ ਸੀ। ਇਹ ਹਾਲਤ ਸਾਡਾ ਅੱਜ ਹੋ ਗਿਆ। ਸ਼ਬਦ ਤਾਂ ਇੱਕ ਇਨਕਲਾਬ ਹੈ। ਹੁਣ ਜਿਹੜਾ ਗੁਰੂ ਸਾਹਿਬ ਜੀ ਉੱਤਰ ਦੇਣ ਲੱਗੇ, ਕਹਿੰਦੇ ਨੇ ਵੀ ਦੱਸੋ, ਉਹਨਾਂ ਨੇ ਸਵਾਲ ਕੀਤਾ ਨਾ ਬਈ ਸਵਾਮੀ ਦੱਸ ਵੀ ਇਹ ਮਨ ਨੂੰ ਕਿਵੇਂ ਕੁਬਦ ਤੋਂ ਹਟਾ ਕੇ ਸਮੱਤ ਦੇ ਪਾਸੇ ਲਾ ਸਕ, ਮੱਤ ਤੋਂ ਹਟਾ ਕੇ ਸਮੱਤ ਵਾਲੇ ਪਾਸੇ ਲਾਈਏ। ਸੁਣ ਸਵਾਮੀ ਸਚ ਨਾਨਕ ਪਰਨਵੈ ਆਪਣੇ ਮਨ ਸਮਝਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਜੋਗੀਆਂ ਨੇ ਮੇਰੇ ਤੇ ਸਵਾਲ ਕੀਤਾ, ਪੁੱਛਿਆ ਜੋਗੀਆਂ ਨੇ ਵੀ ਇਹ ਸਵਾਮੀ, ਇਹ ਮਾਲਕ, ਇਹ ਦੱਸ ਸੱਚੇ ਪ੍ਰਭੂ ਦੀ ਗੱਲ ਸੁਣ ਕੇ, ਸ਼ਬਦ ਸੁਣ ਕੇ ਮਨੁੱਖ ਆਪਣੇ ਮਨ ਨੂੰ ਸਮੱਤ ਤੇ ਕਿਵੇਂ ਲਾ ਲਵੇ? ਜਵਾਬ ਤਾਂ ਸਿੱਧਾ ਹੀ ਹੈ ਵੀ ਜੇ ਸਾਨੂੰ ਸ਼ਬਦ ਦੀ ਸਮਝ ਨਹੀਂ ਆਈ ਤੇ ਸਮੱਤ ਤੇ ਵੀ ਨਹੀਂ ਲੱਗ ਸਕਦਾ। ਸ਼ਬਦ ਦੀ ਸਮਝ ਨਹੀਂ ਆਈ, ਅੰਨੇ ਦੇ ਵਾਸਤੇ ਮਾਨਕ ਪਿਆ ਹੋਇਆ ਅੰਨੇ ਦੇ ਹੱਥ ਦੇ ਉੱਤੇ, ਅਸੀਂ ਕੀ ਸਮਝਣਾ ਉਹਨੂੰ? ਸਾਡੀ ਹਾਲਤ ਵੀ ਕੁਝ ਇਦਾਂ ਦੀ ਆ। ਸ਼ਬਦ ਦੀ ਜਿਹੜੀ ਚੀਜ਼ ਸਾਨੂੰ ਸਮਝ ਨਹੀਂ ਆਈ। ਹੁਣ ਗੁਰੂ ਸਾਹਿਬ ਕਹਿੰਦੇ ਭਾਈ ਦੇਖੋ, ਉੱਤਰ ਦੇਣ ਲੱਗੇ ਆਖਰੀ ਪੰਕਤੀ ਦੇ ਵਿੱਚ, ਦੋ ਪੰਕਤੀਆਂ 'ਚ ਕਹਿੰਦੇ ਸ਼ਬਦ ਤਾਂ ਇਨਕਲਾਬ ਹੈ। ਸ਼ਬਦ ਇੱਕ ਇਨਕਲਾਬ ਹੈ। ਇਹ ਸ਼ਬਦ ਤਾਂ ਜੀਵਨ ਦਾ ਰਸਤਾ ਦਿਖਾਉਣ ਵਾਲਾ ਹੈ। ਇਹ ਸਿੱਧੋ ਜੇ ਸ਼ਬਦ ਦੀ ਤੁਸੀਂ ਗੱਲ ਕੀਤੀ ਹੈ ਨਾ, ਇਹ ਸ਼ਬਦ ਤਾਂ ਜੀਵਨ ਦਾ ਮਾਰਗ ਦਿਖਾਉਂਦਾ ਹੈ। ਅਸੀਂ ਇਸ ਦੀ ਕਦਰ ਨਹੀਂ ਸਮਝੀ, ਇਹਨੂੰ ਟਿਕਾਇਆ ਨਹੀਂ, ਇਹ ਸਾਡੀ ਗਲਤੀ ਹੈ। ਇਹ ਸ਼ਬਦ ਤਾਂ
ਭੂਮੀਏ ਵਰਗੇ ਚੋਰ ਨੂੰ ਸੰਤ ਬਣਾਉਂਦਾ ਹੈ। ਇਹ ਸ਼ਬਦ ਤਾਂ ਭੂਮੀਏ ਵਰਗੇ ਚੋਰ ਨੂੰ ਸੰਤ ਬਣਾਉਂਦਾ ਹੈ। ਉਹ ਸਿੱਧੋ, ਇਹ ਸ਼ਬਦ ਤਾਂ ਸੱਜਣ ਵਰਗੇ ਠੱਗ ਨੂੰ ਸੱਜਣ ਬਣਾਉਂਦਾ ਹੈ। ਇਹ ਸ਼ਬਦ ਤਾਂ ਲਾਲੋ ਨੂੰ, ਤਰਖਾਨ ਨੂੰ ਲਾਲੀ ਬਖਸ਼ ਦਿੰਦਾ ਹੈ। ਉਹ ਇਹ ਸ਼ਬਦ ਤਾਂ ਮਲਕ ਭਾਗੋ ਦੇ ਭਾਗ ਖੋਲ ਦਿੰਦਾ ਹੈ। ਇਹ ਸ਼ਬਦ ਕੌਡੇ ਰਾਕਸ਼ ਨੂੰ ਮਨੁੱਖ ਬਣਾ ਦਿੰਦਾ ਹੈ। ਤੁਸੀਂ ਇਸ ਸ਼ਬਦ ਦੀ ਗੱਲ ਕਰਦੇ ਹੋ? ਇਹ ਸ਼ਬਦ ਤਾਂ ਹੈ ਹੀ ਇਹੋ ਜਿਹੀ ਚੀਜ਼। ਇਹ ਤਾਂ ਇਨਕਲਾਬ ਹੈ ਜਿਹੜਾ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਹੁਣ ਸਿੱਧਾ ਨੂੰ ਜਵਾਬ ਦਿੰਦੇ ਗੱਲ ਕਿ ਸਮਝਾਈ ਵੀ ਤੁਸੀਂ ਸ਼ਬਦ ਦੀ ਗੱਲ ਪੁੱਛੀ ਹੈ। ਸ਼ਬਦ ਤਾਂ ਬੰਦੇ ਇਨਸਾਨ ਬਣਾਉਂਦਾ ਹੈ। ਪਰ ਅਸੀਂ ਕੀ ਕਰ ਰਹੇ ਹਾਂ? ਅੱਜ ਸੁਣਨ ਵਾਲੇ ਨੂੰ ਪਰਖ ਕੋਈ ਨਹੀਂ, ਸੁਣਾਉਣ ਵਾਲੇ ਨੂੰ ਪਰਖ ਕੋਈ ਨਹੀਂ। ਅਸੀਂ ਵੀ ਸੁਣਾ ਰਹੇ ਹਾਂ, ਅਸੀਂ ਸੁਣ ਰਹੇ ਹਾਂ, ਪਰਖ ਸਾਡੇ ਕੋਲ ਵੀ ਨਹੀਂ ਸ਼ਬਦ ਦੇ ਬਾਰੇ 'ਚ। ਤੇ ਮਨ ਸਮੱਤ ਵੱਲ ਕਿਵੇਂ ਲੱਗੇ? ਗੱਲ ਤਾਂ ਸਾਰੀ ਪਰਖ ਦੀ ਸੀ। ਸਿੱਧੋ ਪਰਖ ਨਹੀਂ ਕੀਤੀ, ਤੁਹਾਨੂੰ ਵੀ ਪਰਖ ਨਹੀਂ ਹੋਈ। ਤੁਸੀਂ ਵੀ ਸ਼ਬਦ ਘਰ-ਬਾਰ ਛੱਡ ਦਿੱਤਾ, ਤੁਸੀਂ ਵੀ ਸੰਸਾਰ ਤਿਆਗ ਦਿੱਤਾ, ਤੁਸੀਂ ਵੀ ਇਹਦੇ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਤੇ ਦੱਸੋ ਵੀ ਮਨ ਦਾ ਟਿਕਾਓ ਕਿੱਥੇ ਹੋਣਾ ਸੀ? ਜਦੋਂ ਸ਼ਬਦ ਬਾਰੇ ਤੁਹਾਨੂੰ ਪਤਾ ਹੀ ਨਹੀਂ ਲੱਗਾ, ਸ਼ਬਦ ਦੀ ਸਮਝ ਹੀ ਨਹੀਂ ਆਈ, ਤਾਂ ਫਿਰ ਗੱਲ ਕਿੱਥੋਂ ਹੋ ਰਹੀ ਸੀ? ਹੁਣ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸਿੱਧੋ, ਸ਼ਬਦ ਨਾਲ ਜੇ ਕੋਈ ਮਨ ਨੂੰ ਸਮਝਾ ਲਵੇ, ਗੁਰਮੁਖ ਬਣ ਜਾਏ, ਗੁਰੂ ਅਨਸਾਰੀ ਹੋ ਜਾਏ, ਗੁਰੂ ਦੇ ਦੱਸੇ ਮਾਰਗ ਤੇ ਚੱਲ ਪਵੇ, ਗੁਰੂ ਦੇ ਦੱਸੇ ਰਸਤੇ ਤੇ ਤੁਰ ਪਵੇ, ਗੁਰੂ ਅਨਸਾਰੀ ਹੋ ਜਾਏ, ਤਾਂ ਫਿਰ ਕੀ ਕਹਿੰਦੇ? ਗੁਰਮੁਖ ਸ਼ਬਦੇ ਸੱਚ ਲਿਵ ਲਾਗੈ, ਕਰ ਨਦਰੀ ਮੇਲ ਮਿਲਾਏ। ਸੰਖੇਪ ਜਿਹਾ ਉੱਤਰ ਉਹਨੂੰ ਗੁਰੂ ਮਹਾਰਾਜ ਨੇ ਦਿੱਤਾ। ਕਹਿੰਦੇ ਸਿੱਧੋ, ਜੇ ਕੋਈ ਸ਼ਬਦ ਨਾਲ ਮਨ ਨੂੰ ਸਮਝਾ ਲਵੇ, ਮਨ ਨੂੰ ਰਸਤਾ ਦਿਖਾ ਦੇਵੇ, ਮਨ ਨੂੰ ਸਿਮਰਨ ਦੇ ਨਾਲ ਜੋੜ ਲਵੇ, ਮਨ ਨੂੰ ਗੁਰੂ ਨਾਲ ਜੋੜ ਲਵੇ, ਤਾਂ ਫਿਰ ਕਹਿੰਦੇ ਨੇ ਸ਼ਬਦ ਰਾਹੀਂ ਸੱਚੇ ਨਾਲ ਲਿਵ ਲੱਗ ਜਾਂਦੀ ਹੈ। ਸੱਚੇ ਨਾਲ ਕੀ ਹੁੰਦਾ? ਲਿਵ ਲੱਗ ਜਾਂਦੀ ਹੈ। ਸੱਚੇ ਨਾਲ ਲਿਵ ਜੁੜ ਜਾਂਦੀ ਹੈ। ਸ਼ਬਦ ਰਾਹੀਂ ਲਿਵ ਜੁੜਦੀ ਹੈ। ਜਦੋਂ ਇਹ ਲਿਵ ਲੱਗਦੀ ਹੈ, ਫਿਰ ਉਹਦੀ ਨਜ਼ਰ ਹੁੰਦੀ ਹੈ, ਫਿਰ ਉਹਦੀ ਬਖਸ਼ਿਸ਼ ਹੁੰਦੀ ਹੈ, ਉਹਦੀ ਮਿਹਰ ਹੁੰਦੀ ਹੈ। ਜਦੋਂ ਇਹ ਸਾਡੀ ਲਿਵ ਲੱਗਦੀ ਹੈ, ਤਾਂ ਫਿਰ ਜਦੋਂ ਉਹਦੀ ਬਖਸ਼ਿਸ਼ ਹੋ ਜਾਂਦੀ ਹੈ, ਫਿਰ ਸ਼ਬਦ ਗਾਉਣ ਵਾਲਾ ਸ਼ਬਦ ਦੇ ਵਿੱਚ ਹੀ ਸਮਾ ਜਾਂਦਾ ਹੈ। ਭਾਵ ਸ਼ਬਦ ਉਹਦੇ ਵਿੱਚ ਸਮਾ ਜਾਂਦਾ ਹੈ। ਸ਼ਬਦ ਦਾ ਟਿਕਾਣਾ ਇਹ ਹੈ। ਹੁਣ ਸ਼ਬਦ ਦੇ ਟਿਕਾਣੇ ਦੀ ਸੰਖੇਪ ਦੀ ਗੱਲ ਕੀਤੀ ਵੀ ਜਦੋਂ ਗੁਰੂ ਦੀ ਨਜ਼ਰ ਹੋ ਜਾਏ, ਸ਼ਬਦ ਗਾਉਣ ਵਾਲਾ ਸ਼ਬਦ ਉਹਦੇ ਅੰਦਰ ਹੀ ਜਾ ਕੇ ਟਿਕ ਜਾਂਦਾ ਹੈ। ਸ਼ਬਦ ਹਵਾ ਵਿੱਚ ਨਹੀਂ ਟਿਕਦਾ। ਇਹ ਬੋਲ ਪੈਦਾ ਹਵਾ ਤੋਂ ਹੋਇਆ, ਪਰ ਇਹਦਾ ਟਿਕਾਣਾ ਅੰਦਰ ਹੈ, ਬਾਹਰ ਨਹੀਂ ਹੈ। ਸ਼ਬਦ ਦਾ ਟਿਕਾਣਾ ਕਿੱਥੇ ਹੈ? ਟਿਕਾਣਾ ਕਹਿੰਦੇ ਅੰਦਰ ਹੈ। ਟਿਕਣਾ ਇਹਨੇ ਅੰਦਰ ਹੈ। ਅੰਦਰ ਫਿਰ ਕਹਿੰਦੇ ਨੇ ਜਦੋਂ ਇਹ ਸ਼ਬਦ ਉਹਦੇ ਵਿੱਚ ਸਮਾ ਜਾਂਦਾ, ਫਿਰ ਉਹਦਾ ਨਾਲ ਪੱਕਾ ਸੰਬੰਧ ਜੁੜ ਜਾਂਦਾ ਹੈ। ਫਿਰ ਪ੍ਰਭੂ ਦਾ ਤੇ ਜੀਵ ਆਤਮਾ ਦਾ ਏਕਾ ਹੋ ਜਾਂਦਾ ਹੈ। ਭੇਦ ਮੁੱਕ ਜਾਂਦਾ ਹੈ, ਏਕਾ ਹੋ ਜਾਂਦਾ ਹੈ। ਕਿਉਂਕਿ ਜੀਵ ਆਤਮਾ ਤੇ ਪਰਮਾਤਮਾ ਇੱਕੋ ਚੀਜ਼ ਹੈ, ਅੰਸ਼ ਇੱਕੋ ਹੈ। ਅੰਦਰ ਹੀ ਫਿਰ ਇੱਕ ਅਜੀਬ ਜਿਹੀ ਖੇਡ ਵਰਤਦੀ ਹੈ। ਪਤਾ ਹੀ ਨਹੀਂ ਲੱਗਦਾ ਕਿ ਮੇਰੀ ਜਿੰਦ ਪ੍ਰਭੂ ਪਤੀ ਦੇ ਵਿੱਚ ਵਸ ਰਹੀ ਹੈ ਕਿ ਜਿੰਦ ਵਿੱਚ ਮੇਰਾ ਪਿਆਰਾ ਆ ਕੇ ਵਸ ਗਿਆ। ਕਹਿੰਦੇ ਤੁਸੀਂ ਵਾਸਾ ਪੁੱਛਿਆ ਨਾ। ਕਹਿੰਦੇ ਜਦੋਂ ਇੱਕ ਖੇਡ ਵਰਤਦੀ ਹੈ, ਫਿਰ ਇਹ ਨਹੀਂ ਲੱਗਦਾ ਵੀ ਮੇਰੀ ਜਿੰਦ ਉਹਦੇ 'ਚ ਜਾ ਕੇ ਵਸ ਗਈ ਕਿ ਉਹ ਆ ਕੇ ਮੇਰੇ 'ਚ ਵਸ ਗਿਆ, ਇਸ ਜਿੰਦ 'ਚ ਆ ਕੇ ਵਸ ਗਿਆ। ਦੇਖੋ ਕਿਆ ਕਮਾਲ ਦੇ ਬੋਲ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਏ। ਕਹਿੰਦੇ ਸ਼ਬਦ ਦੀ ਤਾਂ ਬਰਕਤ ਇੰਨੀ ਹੈ। ਇਹ ਤਾਂ ਫਿਰ ਗੱਲ ਮੈਨੂੰ ਇਹ ਅਜੇ ਤੱਕ ਸਮਝ ਨਹੀਂ ਆਈ ਕਿ ਮੇਰੇ ਅੰਦਰ ਹੁਣ ਮੇਰੀ ਜਿੰਦ ਹੈ ਜਾਂ ਮੇਰਾ ਪਿਆਰ ਪ੍ਰੀਤਮ ਹੈ। ਕਬੀਰ ਜੀ ਨੇ ਇੱਕ ਬਹੁਤ ਵਧੀਆ ਪ੍ਰਮਾਣ ਲਿਖਿਆ, ਸ਼ਲੋਕ ਆਪਣੇ ਸ਼ਲੋਕਾਂ ਦੇ ਵਿੱਚ 236 ਨੰਬਰ ਇੱਕ ਸ਼ਲੋਕ ਆਉਂਦਾ ਹੈ ਭਗਤ ਕਬੀਰ ਜੀ ਦਾ। ਕਹਿੰਦੇ ਸੁਣ ਸਖੀ ਪੀ ਮੈਂ ਜੀਉ ਬਸੈ, ਸੁਣ ਸਖੀ ਪੀ ਮੈਂ ਜੀਉ ਬਸੈ। ਫਿਰ ਕਹਿੰਦੇ ਜੀ ਮੈਂ ਬਸੇ ਕੇ ਪੀਓ। ਦੱਸ ਹੁਣ ਵੀ ਉਹ ਅੰਦਰ ਵਸਦਾ, ਜੀ ਚ ਪੀਓ ਵਸਦਾ ਕਿ ਪੀ ਚ ਜੀਉ ਵਸਦਾ? ਵੀ ਪਰਮਾਤਮਾ ਦੇ ਵਿੱਚ ਜਿੰਦ ਜੁੜੀ ਹੈ ਕਿ ਜਿੰਦ ਵਿੱਚ ਆ ਕੇ ਪ੍ਰੀਤਮ ਜੁੜ ਗਿਆ? ਕਹਿੰਦੇ ਜੀਓ ਪੀਓ ਬੁੱਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਕਹਿੰਦੇ ਹੁਣ ਮੈਨੂੰ ਪਤਾ ਨਹੀਂ ਲੱਗਦਾ ਵੀ ਉਹ ਅੰਦਰ ਹੈ ਕਿ ਮੈਂ ਅੰਦਰ ਹਾਂ। ਮੇਰਾ ਤਾਂ ਉਹਦਾ ਕੰਮ ਜਿਹੜਾ ਸੀ ਖਤਮ ਹੋ ਗਿਆ। ਜਿੰਦ ਦਾ ਤੇ ਜਿੰਦ ਦੇ ਮਾਲਕ ਪਰਮੇਸ਼ਰ ਦਾ ਭੇਦ ਹੀ ਮੁੱਕ ਗਿਆ, ਕਿਉਂਕਿ ਸ਼ਬਦ ਨੇ ਆ ਕੇ ਟਿਕਾਣਾ ਬਣਾ ਲਿਆ। ਉਸੇ ਗੁਰੂ ਦਾ ਜਵਾਬ ਦਿੰਦੇ ਆ, ਜਿਹੜਾ ਗੁਰੂ ਅਨਸਾਰੀ ਹੈ
ਸ਼ਬਦ ਦੀ ਰੋਸ਼ਨੀ ਹੋ ਗਈ, ਉਹਦੇ ਅੰਦਰ ਸ਼ਬਦ ਦੀ ਰੋਸ਼ਨੀ ਹੋ ਗਈ। ਰੋਸ਼ਨੀ ਨਾਲ ਅੰਦਰ ਵੇਖਿਆ, ਜੀਓ ਨਹੀਂ, ਉੱਥੇ ਤਾਂ ਮੇਰਾ ਪ੍ਰੀਤਮ ਹੀ ਵਸਦਾ। ਉਹ ਜਿੱਦ ਤਾਂ ਹੈ ਹੀ ਨਹੀਂ, ਹੁਣ ਤਾਂ ਮੇਰਾ ਪ੍ਰੀਤਮ ਵਸਦਾ। ਹੁਣ ਤਾਂ ਭੇਦ ਹੀ ਨਹੀਂ ਰਿਹਾ, ਫਰਕ ਹੀ ਪਤਾ ਨਹੀਂ ਲੱਗਦਾ, ਉਹਦੇ ਵਿੱਚ ਹੀ ਸਮਾ ਗਿਆ। ਜਿਸ ਦਿਨ ਗੁਰੂ ਸ਼ਬਦ ਰਾਹੀਂ ਬਿਰਤੀ ਸੱਚ ਵਿੱਚ ਟਿਕ ਜਾਏਗੀ, ਸੱਚ ਵਿੱਚ ਲਿਖ ਜਾਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਬਿਰਤੀ ਸੱਚ ਚ ਟਿਕ ਜਾਂਦੀ ਹੈ, ਲੱਗ ਜਾਂਦੀ ਹੈ, ਫਿਰ ਸੱਚੇ ਦਾ ਤੇ ਸੱਚੇ ਦੇ ਸੇਵਕ ਦਾ ਭੇਦ ਮੁੱਕ ਜਾਂਦਾ ਹੈ। ਸਾਹਿਬ ਜੀ ਕਹਿੰਦੇ ਸਿੱਧੂ, ਸ਼ਬਦ ਜਿਸ ਦਾ ਹੈ ਉਹ ਉਹਦੇ ਵਿੱਚ ਹੀ ਜਾ ਕੇ ਟਿਕ ਜਾਂਦਾ ਹੈ, ਕਿਉਂਕਿ ਸ਼ਬਦ ਉਹਦੇ ਘਰੋਂ ਆਇਆ ਸੀ ਤੇ ਇਹ ਜੀਵ ਆਤਮਾ ਉਹਦਾ ਹਿੱਸਾ ਹੈ, ਉਹਦੇ 'ਚ ਜਾ ਕੇ ਟਿਕ ਜਾਂਦਾ ਹੈ, ਫਿਰ ਅੰਦਰ ਆਨੰਦ ਬਣਦਾ ਹੈ। ਉਸ ਸ਼ਬਦ ਨੂੰ ਹਵਾ ਵਿੱਚੋਂ ਨਹੀਂ, ਹਵਾ ਤਾਂ ਕੇਵਲ ਬੋਲ ਸਨ, ਪਵਨ ਤਾਂ ਬੋਲ ਸੀ, ਉਹ ਸ਼ਬਦ ਦਾ ਟਿਕਾਣਾ ਨਹੀਂ। ਸ਼ਬਦ ਦਾ ਟਿਕਾਣਾ ਤਾਂ ਸਿੱਧੋ ਅੰਦਰ ਹੈ। ਜਦੋਂ ਇਹ ਸ਼ਬਦ ਟਿਕ ਗਿਆ, ਫਿਰ ਗੁਰੂ ਸਾਹਿਬ ਜੀ ਕਹਿੰਦੇ ਆਪੇ ਦਾਨਾ ਆਪੇ ਬੀਨਾ ਪੂਰੇ ਭਾਗ ਸਮਾਏ। ਕਹਿੰਦੇ ਨੇ ਬਈ ਜਦੋਂ ਗੁਰੂ ਦੇ ਹੁਕਮ ਵਿੱਚ ਗੁਰੂ ਅਨੁਸਾਰ ਹੀ ਬੰਦਾ ਬਣਦਾ ਹੈ, ਗੁਰੂ ਦੇ ਸ਼ਬਦ ਨਾਲ ਹੀ ਲਿਵ ਸੱਚੇ ਪ੍ਰਭੂ 'ਚ ਲੱਗ ਜਾਂਦੀ ਹੈ। ਪ੍ਰਭੂ ਮਿਹਰ ਦੀ ਨਜ਼ਰ ਕਰਕੇ ਉਹਨੂੰ ਆਪਣੇ 'ਚ ਜੋੜ ਲੈਂਦਾ ਹੈ, ਕਿਉਂਕਿ ਪ੍ਰਭੂ ਉਸਦੇ ਦਿਲ ਦੀ ਆਪ ਜਾਣਦਾ ਹੈ। ਦਾਨਾ ਤੇ ਬੀਨਾ ਆਪ ਹੀ ਪਛਾਣਦਾ ਹੈ, ਉਹਨੂੰ ਸੱਚ ਦਾ ਤੇ ਝੂਠ ਦਾ ਪਤਾ ਹੈ, ਉੱਥੇ ਕੋਈ ਪਖੰਡ ਭੇਖ ਨਹੀਂ ਚੱਲਦਾ। ਕਹਿੰਦੇ ਇਸ ਤਰ੍ਹਾਂ ਉੱਚੀ ਕਿਸਮਤ ਕਰਕੇ ਗੁਰਮੁਖ ਮਨੁੱਖ ਪ੍ਰਭੂ ਵਿੱਚ ਟਿਕਿਆ ਹੋਇਆ ਰਹਿੰਦਾ ਹੈ। ਜਿਹੜੇ ਸ਼ਬਦ ਨਾਲ ਜੁੜਦੇ ਹਨ ਸਿੱਧੋ, ਸ਼ਬਦ ਬਾਹਰ ਲੱਭਣ ਦੀ ਲੋੜ ਨਹੀਂ, ਬਾਹਰੋਂ ਤਾਂ ਕੇਵਲ ਅੱਖਰਾਂ ਨਾਲ ਪੜ੍ਹਨਾ ਹੈ, ਪਰ ਸ਼ਬਦ ਦਾ ਟਿਕਾਣਾ ਹਿਰਦਾ ਹੈ। ਹਿਰਦਾ ਅੰਦਰ ਟਿਕਦਾ ਸ਼ਬਦ, ਔਰ ਉਸ ਆਤਮਾ ਦੇ ਵਿੱਚ ਜਿਹੜਾ ਪ੍ਰਮਾਤਮਾ ਦੀ ਇੱਕ ਹਿੱਸਾ ਹੈ, ਜਦੋਂ ਉਹਦੇ ਵਿੱਚ ਟਿਕ ਜਾਂਦਾ ਫਿਰ ਉਹਦਾ ਤੇ ਉਹਦੇ ਪ੍ਰਮਾਤਮਾ ਦਾ ਭੇਦ ਹੀ ਉਹਨੂੰ ਪਤਾ ਨਹੀਂ ਲੱਗਦਾ ਵੀ ਸ਼ਬਦ ਕਿੱਥੇ ਵਸ ਗਿਆ। ਤੁਸੀਂ ਤਾਂ ਜ਼ੋਰ ਲਾ ਲਾ ਕੇ ਪ੍ਰਾਣਾਯਾਮ ਦੇ ਨਾਲ ਕਦੀ ਧੁੰਨੀ ਨੂੰ ਪਾੜਦੇ ਹੋ, ਤੇ ਕਦੀ ਮੱਥੇ ਦੀਆਂ ਨਾੜੀਆਂ ਨੂੰ ਪਾੜਦੇ ਹੋ, ਤੇ ਕਦੀ ਦਿਲ ਦੀਆਂ ਨਾੜੀਆਂ ਪਾੜਦੇ ਹੋ, ਤੇ ਤੁਹਾਡਾ ਤਾਂ ਉੱਥੇ ਜਾ ਕੇ ਵੀ ਨਹੀਂ ਟਿਕਿਆ। ਸਾਰੀ ਜ਼ਿੰਦਗੀ ਤੁਹਾਡੀ ਇਸ ਤਰ੍ਹਾਂ ਲੰਘ ਗਈ। ਸ਼ਬਦ ਇਉਂ ਨਹੀਂ ਟਿਕਦਾ, ਸ਼ਬਦ ਤਾਂ ਸ਼ਬਦ ਦੇ ਮਾਲਕ ਪਰਮੇਸ਼ਰ ਦੀ ਦਿੱਤੀ ਹੋਈ ਜੀਵ ਆਤਮਾ ਦੇ ਵਿੱਚ ਜਾ ਕੇ ਹੀ ਟਿਕ ਜਾਂਦਾ ਹੈ। ਸਤਿਗੁਰੂ ਜੀ ਦਾ ਉੱਤਰ ਸੀ, ਗੁਰੂ ਰਾਮਦਾਸ ਮਹਾਰਾਜ ਨੇ ਉੱਤਰ ਦਿੱਤਾ ਕਾਨੜਾ ਰਾਗ ਦੇ ਵਿੱਚ। ਗੁਰਬਚਨ ਧਿਆਇਆ ਜਿਨ੍ਹਾਂ ਅਗੰਮ ਹਰ, ਤੇ ਠਾਕੁਰ ਸੇਵਕ ਰਲ ਏਕਿਆ। ਸਭ ਕਹੋ ਮੁਖੋਂ ਨਰ ਨਰ ਹਰੇ, ਨਰ ਨਰ ਹਰੇ, ਨਰ ਨਰ ਹਰੇ, ਹਰ ਲਾਹਾ ਹਰ ਭਗਤ ਵਸੇਖਿਆ। ਜਿਹਨੇ ਸ਼ਬਦ ਧਿਆਇਆ ਉਹ ਠਾਕੁਰ ਸੇਵਕ ਨਾਲ ਇੱਕੋ ਜਿਹੇ ਹੋ ਗਏ। ਭਾਵ ਹੁਣ ਇਹ ਨਹੀਂ ਪਤਾ ਲੱਗਾ ਵੀ ਸ਼ਬਦ ਤੇ ਸ਼ਬਦ ਵਸਾਉਣ ਵਾਲਾ ਕੌਣ ਹੈ, ਦੋਨਾਂ ਦਾ ਭੇਦ ਮੁੱਕ ਗਿਆ। ਤੋ ਹੇ ਸਿੱਧੋ, ਇਹ ਸ਼ਬਦ ਦਾ ਟਿਕਾਣਾ ਜਿਹੜਾ ਤੁਸੀਂ ਆ 10 ਉਂਗਲਾਂ ਚੋਂ ਲੱਭਦੇ ਇੱਥੇ ਨਹੀਂ ਹੈ, ਇਹ ਤਾਂ ਬਾਹਰ ਦੇ ਪ੍ਰਾਣ ਨੇ। ਇਹ ਤਾਂ ਸ਼ਬਦ ਇਹ ਬੋਲਾਂ ਵਿੱਚ ਪ੍ਰਗਟ ਹੁੰਦਾ, ਬੋਲ ਪ੍ਰਗਟ ਹੁੰਦਾ ਹੈ, ਪਰ ਜਿਹੜਾ ਅਸਲੀ ਸ਼ਬਦ ਹੈ ਜੀਵਨ ਦੇਣ ਵਾਲਾ, ਉਹ ਅੰਦਰ ਜਾ ਕੇ ਹੀ ਟਿਕਦਾ ਹੈ। ਉਹਦਾ ਟਿਕਾਣਾ ਅੰਦਰ ਹੈ, ਤੇ ਜਦੋਂ ਆਤਮਾ ਤੇ ਟਿਕ ਜਾਂਦੀ ਹੈ, ਕਿਉਂਕਿ ਉਹ ਪਰਮੇਸ਼ਰ ਦਾ ਹਿੱਸਾ ਹੈ, ਇਸ ਵਾਸਤੇ ਉਹਦੇ ਆਸਰੇ ਤੇ ਖੜੀ ਹੈ, ਉਹਦੇ ਆਸਰੇ ਤੇ ਟਿਕੀ ਹੋਈ ਹੈ, ਉਹਦੇ ਆਸਰੇ ਨਾਲ ਹੀ ਉਹਦੇ ਦਰਸ਼ਨ ਦੀਦਾਰ ਕਰਦੀ ਹੈ, ਉਹਦੇ ਨਾਲ ਫਿਰ ਮਿਲ ਜਾਂਦੀ ਹੈ। ਫਿਰ ਉਹਦਾ ਤੇ ਪਰਮੇਸ਼ਰ ਦਾ ਭੇਦ ਹੀ ਜਿਹੜਾ ਲੱਗਦਾ, ਜੀਓ ਤੇ ਪੀਓ ਦਾ ਆਪੋ 'ਚ ਭੇਦ ਮੁੱਕ ਜਾਂਦਾ ਹੈ। ਸਤਿਗੁਰ ਕਿਰਪਾ ਕਰਨ ਇਹ ਗੱਲ ਸਾਡੀ ਸਮਝ ਵਿੱਚ ਵੀ ਆ ਜਾਏ, ਤੇ ਸ਼ਬਦ ਦਾ ਟਿਕਾਣਾ ਸਾਡੇ ਹਿਰਦੇ 'ਚ ਬਣ ਜਾਏ। ਇਸ ਸ਼ਬਦ ਦੇ ਇਸ ਸਵਾਲਾਂ ਦੇ ਬਾਕੀ ਜਵਾਬ ਜਿਹੜੇ ਹਨ ਉਹ ਅਗਲੀ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਹੋਰ ਵਿਸਥਾਰ ਨਾਲ ਦਿੱਤੇ, ਔਰ 60 ਨੰਬਰ ਪੌੜੀ ਵਿੱਚ ਵੀ ਫਿਰ ਇਹਨਾਂ ਸਵਾਲਾਂ ਦਾ ਅੱਗੇ ਜਾ ਕੇ ਜ਼ਿਕਰ ਕੀਤਾ। ਤੋ ਆਪਾਂ ਜਿਵੇਂ ਜਿਵੇਂ ਸਮਾਂ ਮਿਲਦਾ ਉਹਨਾਂ ਦੇ ਵਿਚਾਰ ਕਰਦੇ ਜਾਵਾਂਗੇ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ। ਪਿਆਰ ਸਤਿ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।